ਮੁੱਦਾ USA ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਵਿਸ਼ਾ ਅਸੀਂ ਲੈ ਕੇ ਆਏ ਹਾਂ ਉਹ ਹੈ ਅੰਗੂਰਾਂ ਦੀ ਖੇਤੀ। ਕੈਲੀਫੋਰਨੀਆ ਸੂਬਾ ਇੱਕ ਅਜਿਹਾ ਸੂਬਾ ਹੈ ਜਿਹੜਾ ਪੂਰੇ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਅੰਗੂਰਾਂ ਦੀ ਖੇਤੀ ਕਰਦਾ ਹੈ। ਜੇ ਕਹੀਏ ਕਿ ਪੂਰੇ ਅਮਰੀਕਾ ਦੀ ਅੰਗੂਰਾਂ ਦੀ ਖੇਤੀ ਹੀ ਕੈਲੀਫੋਰਨੀਆ 'ਚ ਹੁੰਦੀ ਹੈ ਤੇ ਇਹ ਕੋਈ ਗਲਤ ਗੱਲ ਨਹੀਂ ਹੋਵੇਗੀ। ਇਸ ਖੇਤੀ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵੇਲੇ ਹਰਵਿੰਦਰ ਸਿੰਘ ਜੀ ਮੌਜੂਦ ਨੇ, ਜਿਹੜੇ ਕਿ ਵੱਡੇ ਪੱਧਰ ਤੇ ਅੰਗੂਰਾਂ ਦੀ ਖੇਤੀ ਕਰਦੇ ਆ ਔਰ ਐਗਰੀਕਲਚਰ ਐਕਸਪਰਟ ਵੀ ਨੇ ਅੰਗੂਰਾਂ ਦੇ ਮਾਮਲੇ 'ਚ, ਬਦਾਮਾਂ ਦੀ ਖੇਤੀ ਦੇ ਮਾਮਲੇ 'ਚ। ਹਰਵਿੰਦਰ ਜੀ, ਤੁਹਾਡਾ PTC ਨਿਊਜ਼ ਵਿੱਚ ਸਵਾਗਤ ਹੈ, PTC ਪੰਜਾਬੀ ਵਿੱਚ ਸਵਾਗਤ ਹੈ। ਔਰ ਜਿਹੜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੰਗੂਰਾਂ ਦੀ ਖੇਤੀ, ਜਿੱਦਾਂ ਕਿ ਆਪਾਂ ਇਸ ਵੇਲੇ ਅੰਗੂਰਾਂ ਦੇ ਬਾਗ 'ਚ ਹੀ ਬੈਠੇ ਹਾਂ ਔਰ ਇਹ ਟੇਬਲ ਗ੍ਰੇਪਸ ਨੇ ਜਿਹੜੇ ਖਾਏ ਜਾਂਦੇ ਨੇ, ਤਾਜ਼ੀ ਖਾ ਲਈਦੇ। ਹਾਂਜੀ, ਇਹ ਕਿੰਨੀ ਖੇਤੀ ਜਿਹੜੀ ਆ ਅੰਗੂਰਾਂ ਦੀ ਪੂਰੇ ਅਮਰੀਕਾ 'ਚ ਹੁੰਦੀ ਹੈ? ਅੰਗੂਰਾਂ ਦੀ ਮੇਰੇ ਖਿਆਲ ਤੱਕਣ 1 ਮਿਲੀਅਨ ਕਿੱਲੇ ਦੇ ਉੱਪਰ ਜਿਹੜਾ ਕਿ ਨਿਰੇ ਅੰਗੂਰਾਂ ਦੀ ਖੇਤੀ ਹੁੰਦੀ ਆ। ਕੋਈ ਬਹੁਤੇ ਤਾਂ ਆਪਣੇ ਵਾਈਨ ਗ੍ਰੇਪ ਆ ਤੇ ਟੇਬਲ ਗ੍ਰੇਪ ਤੇ ਬਾਕੀ ਜਿਹੜੇ ਖੇਤੀ ਹੋਈ ਅਸੀਂ ਇਨਵੋਲਵ ਹੋਏ ਆ ਮੇਵੇ ਦੇ ਵਿੱਚ, ਉਹ ਤੱਕਣ 1.5 ਲੱਖ ਕਿੱਲਾ ਵਾ। ਮਿਲੀਅਨ 12 ਲੱਖ ਵਿੱਚੋਂ 1.5 ਲੱਖ ਕਿੱਲਾ ਹੈਗਾ ਅੰਗੂਰਾਂ ਦੀ ਜਿਹੜੇ ਹੈਗੇ ਮੇਵੇ ਵਾਸਤੇ। ਜਿਹੜੀ ਇਹ ਖੇਤੀ ਤੁਸੀਂ ਦੱਸਦੇ ਪਏ ਆ ਵੀ 1 ਮਿਲੀਅਨ ਏਕੜ ਰਕਬਾ, ਇਹਦੇ ਵਿੱਚ ਕਿਹੜੇ ਕਿਹੜੇ ਅੰਗੂਰ ਆਉਂਦੇ ਨੇ? ਜਿਹੜਾ ਵਿਦੋ ਜਾਸੀ ਇਹਨਾਂ ਵਿੱਚੋਂ ਕੀ ਆਉਂਦੇ ਆ ਵਾਈਨ ਗ੍ਰੇਪ, ਤੇ ਬਹੁਤਾ ਮਸ਼ਹੂਰ ਤਾਂ ਸਾਡਾ ਨੈਪਾ ਇਲਾਕਾ, ਸਨੋਮਾ ਇਲਾਕਾ, ਬਾਕੀ ਪੈਸੋ ਰੋਬਲਸ ਤੇ ਆਸ-ਪਾਸ ਸੈਂਟਾ ਬਾਰਬਰਾ ਵੀ, ਸੈਂਟ ਲੂਇਸ ਕਾਉਂਟੀ ਵੀ। ਤੇ ਉਹ ਵੱਡੀ ਖੇਤੀ ਤੇ ਸਾਡੀ ਅੰਗੂਰਾਂ ਦੀ ਹੁੰਦੀ ਵਾਈਨ ਗ੍ਰੇਪ ਵਿੱਚ। ਤੇ ਫਿਰ ਦੂਸਰੇ ਨੰਬਰ ਤੇ ਉਮੀਦ ਹੈ ਕਿ ਆਪਣੀ ਟੇਬਲ ਗ੍ਰੇਪ ਡਿਲੇਨੋ ਤੋਂ ਲੈ ਕੇ ਕਿ ਮਡੇਰੇ ਤੀਕਰ ਥੋੜਾ ਨਾਰਥ ਵੱਲ ਵੀ ਜਿਹੜੇ ਹੁੰਦੇ ਆ, ਜਿਨ੍ਹਾਂ ਵਿੱਚ ਆਪਾਂ ਬੈਠੇ ਹਾਂ। ਤਾਜ਼ੀ ਅੰਗੂਰ ਇਹਨਾਂ ਨੇ ਹਰ ਸਾਲ ਹੀ ਕੀ ਫਲ ਦੇਣਾ, ਹਰ ਸਾਲ ਇਹਨਾਂ ਨੇ ਕੀ ਪੈਕ ਕਰਨੇ ਤੇ ਵੇਚਣੇ। ਇਹਨਾਂ ਦਾ ਇਹ ਫਾਇਦਾ ਵਾ, ਜਿਹਨੂੰ ਇੱਕ ਵਾਰ ਮਨਿਆਦ ਲੰਘੀ ਤੇ ਫਿਰ ਨਵੇਂ ਸਿਰੇ ਸ਼ੁਰੂਆਤ ਮੌਕਾ ਮਿਲ ਜਾਂਦਾ ਵਾ। ਵਾਈਨ ਗ੍ਰੇਪਾਂ ਦੇ ਤੁਹਾਡੀ ਵਾਈਨ ਤੁਸੀਂ ਰੱਖ ਛੱਡਦੇ ਆ ਤੇ ਕਈ ਵਾਰ ਓਵਰਲੋਡ ਹੋ ਜਾਂਦੀ। ਤੇ ਮੇਵੇ ਦਾ ਜਿਹਨੂੰ ਤੁਸੀਂ ਅੰਗੂਰ ਸੁਕਾ ਲੈਂਦੇ ਆ, ਉਹ ਤੇ ਜੇ ਤਾਂ ਲੋਡ ਹੋਏ ਤੇ ਝੱਟ ਹੀ ਵਿਕ ਜਾਂਦਾ, ਤੇ ਕਈ ਵਾਰ ਉਹ ਵੀ ਓਵਰਲੋਡ ਹੋ ਜਾਂਦਾ ਤੇ ਫਿਰ ਉਹਨੂੰ ਅਗਲੇ ਸਾਲ ਤੁਹਾਨੂੰ ਉਹ ਕੈਰੀ ਇਨ ਇਨਵੈਂਟੋਰੀ ਦਾ ਪ੍ਰੋਬਲਮ ਪੈਂਦੀ ਹੁੰਦੀ ਆ। ਅੱਛਾ, ਔਰ ਸਭ ਤੋਂ ਜ਼ਿਆਦਾ ਕਿਹੜੀ ਵੈਰਾਈਟੀ ਦੀ ਖੇਤੀ ਹੁੰਦੀ ਹੈ? ਵੈਰਾਈਟੀਆਂ ਦੇ ਸਾਰੀਆਂ ਬਹੁਤ ਜਾਸੀ ਆ ਸਾਡੇ ਜਿਹੜੇ। ਸਭ ਤੋਂ ਪਹਿਲਾਂ ਮੈਂ ਇੱਕ ਭੁੱਲਣਾ ਪੁੱਛ ਗਿਆ, ਕਿੰਨੀਆਂ ਵੈਰਾਈਟੀਆਂ ਨੇ? ਵੈਰਾਈਟੀਆਂ ਤਕਰੀਬਨ ਲਗਭਗ 85 ਤੋਂ 100 ਵੈਰਾਈਟੀ ਅੰਗੂਰ ਹੋ ਗਏ। ਅੰਗੂਰਾਂ ਦੀ ਵੈਰਾਈਟੀ ਇੰਨੀ ਜ਼ਿਆਦਾ ਨਹੀਂ ਹੈਗੀ ਕੈਲੀਫੋਰਨੀਆ। ਟੇਬਲ ਗ੍ਰੇਪਾਂ ਵਿੱਚ ਵੀ ਬਹੁਤ ਵੈਰਾਈਟੀਆਂ, 50 ਤਕਰੀਬਨ 35 ਤੋਂ 50 ਵੈਰਾਈਟੀਆਂ ਕਮਰਸ਼ਲੀ ਜਿਹੜਾ ਪ੍ਰੋਡਿਊਸ ਕੀਤੇ ਜਾਂਦੇ ਟੇਬਲ ਗ੍ਰੇਪ। ਬਾਕੀ ਜਿਹੜੇ ਵਾਈਨ ਗ੍ਰੇਪ ਆ ਉਹ ਵੀ ਤਕਰੀਬਨ 15 ਤੋਂ 20 ਵੱਡੀਆਂ ਵੈਰਾਈਟੀਆਂ, ਜਿਹੜੀਆਂ ਨਿੱਕੀਆਂ ਵੱਡੀਆਂ ਸ਼ਾਰਡਨੇ ਹੋਏ, ਕੈਬ ਹੋਏ, ਮਰਲੋ ਹੋਏ, ਜ਼ਿਨਫਨਡੇਲ ਹੋਏ। ਤੇ ਦੂਸਰੀ ਗੱਲ, ਜਿਹੜੇ ਮੇਵਾ ਇਹਨਾਂ ਵਿੱਚ ਜਿਹੜੀ ਪ੍ਰੋਡੋਮੀਨੈਂਟ ਵੈਰਾਈਟੀ ਆ ਪੁਰਾਣੀ ਟਾਮਸਨ ਸੀਡਲੈਸ, ਬਿਨਾਂ ਬੀ ਤੋਂ। ਹੁਣ ਅੱਜ ਕੱਲ੍ਹ ਥੋੜ੍ਹਾ ਜਿਹਾ ਕਿ ਬਦਲ ਗਿਆ ਵਾ ਲੋਕਾਂ ਦੀ ਥਿੰਕਿੰਗ, ਥੋੜ੍ਹਾ ਜਿਹਾ ਸਲਮਾ ਪੀਰ ਇੱਕ ਵੈਰਾਈਟੀ, ਉਹ ਛੇਤੀ ਪੱਕ ਜਾਂਦੀ, ਪ੍ਰੋਡਕਸ਼ਨ ਜਾਸੀ ਦਿੰਦੀ, ਉਹ ਵੀ ਨਵੀਂ ਕਾਫੀ ਲੱਗਣ ਲੱਗ ਪਈ। ਇੱਕ ਹੋਰ ਵੈਰਾਈਟੀ ਪੁਰਾਣੀ ਹੈ ਵੈਸੇ, ਫਿਐਸਟਾ, ਉਹ ਵੀ ਹਿਸਾਬ ਦੀ 10-12 ਹਜ਼ਾਰ ਕਿੱਲਾ ਹੋਊਗਾ ਮੇਰੇ ਹਿਸਾਬ ਨਾਲ, 10-15 ਹਜ਼ਾਰ ਕਿੱਲਾ ਕੀ ਆ ਸਲਮਾ ਪੀਰ ਦਾ। ਤੇ ਇੱਕ ਮਾੜੀ ਜਿਹੀ ਹੋਰ ਵੈਰਾਈਟੀ ਵਿਦੋ ਜਾਸੀ ਪ੍ਰੋਡੋਮੀਨੈਂਟ ਵੈਰਾਈਟੀ ਹਾਲੇ ਵੀ ਟਾਮਸਨ ਹੀ ਸੀਡਲੈਸ। ਪੂਰੇ ਅਮਰੀਕਾ ਵਿੱਚ ਕਿੰਨੀ ਪ੍ਰੋਡਕਸ਼ਨ ਅੰਗੂਰਾਂ ਦੀ ਟੋਟਲ ਪ੍ਰੋਡਕਸ਼ਨ? ਵਿੱਚ ਹੀ ਵਾਈਨ ਪਾ ਲਓ, ਵਿੱਚ ਹੀ ਟੇਬਲ ਗ੍ਰੇਪਸ ਪਾ ਲਓ, ਜਾਂ ਵਿੱਚ ਹੀ ਰੇਜ਼ਨ ਵਾਲੇ ਪਾ ਲਓ? ਟੋਟਲ ਪ੍ਰੋਡਕਸ਼ਨ ਹੁਣ ਜਿਹੜੇ ਰੇਜ਼ਨ ਉਹਨਾਂ ਦਾ 2.5 ਲੱਖ ਹੈ, ਤੇ ਜਿਹੜਾ ਕਿ ਟੇਬਲ ਗ੍ਰੇਪ ਉਹਨਾਂ ਦੇ ਤੱਕ 100 ਮਿਲੀਅਨ ਪੈਕੇਜਸ ਅੱਜ ਕੱਲ੍ਹ ਹੈਗੇ। ਕੋਈ 50,000 50 ਮਿਲੀਅਨ ਤੋਂ 100 ਮਿਲੀਅਨ ਬੱਚੇ ਜੋ ਹੁਣ ਮੇਰੇ ਖਿਆਲ ਨਵੀਆਂ ਵੈਰਾਈਟੀਆਂ ਪ੍ਰੋਡਕਸ਼ਨ ਬਹੁਤ ਕੱਢ ਰਹੀਆਂ। ਪੁਰਾਣੇ ਸਮੇਂ 700-800 ਬਕਸਾ ਏਕੜ ਦਾ ਬੜੀ ਵੱਡੀ ਹੁੰਦੀ ਸੀ ਅਚੀਵਮੈਂਟ। ਅੱਜ ਕੱਲ੍ਹ ਤਾਂ ਆਮ ਵੈਰਾਈਟੀਆਂ 1500 2,000 2200 ਬਕਸਾ ਇੱਕ ਕਿੱਲਾ ਕੱਢ ਜਾਂਦੇ। ਸੋ ਹੁਣ ਤੁਸੀਂ ਲਗਭਗ 70 ਤੋਂ 100 ਮਿਲੀਅਨ ਤੁਹਾਡੇ ਪੈਕੇਜ ਹੋਣ ਲੱਗ ਪਏ ਤਾਜ਼ੀ ਜਿਹੜੇ ਟੇਬਲ ਗ੍ਰੇਪਾਂ ਦੇ। ਬਾਕੀ ਜਿਹੜੀ ਵਾਈਨ ਉਹਨਾਂ ਦਾ ਤਾਂ ਬਹੁਤ ਹੀ ਜਾਸੀ ਪ੍ਰੋਡਕਸ਼ਨ ਹੈਗੀ ਆ ਮੇਰੇ ਹਿਸਾਬ ਮਗਰ ਕਿ ਉਹਨਾਂ ਦੇ ਤਾਂ ਹੋਊਗਾ ਕੋਈ ਕਈ ਮਿਲੀਅਨ ਦੇ ਹਿਸਾਬ ਮਗਰ, ਗੈਲਨਾਂ ਦੇ ਹਿਸਾਬ ਮਗਰ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਆ। ਕਿ ਹਾਂਜੀ, ਆਮ ਕਾਮਨ ਜਿਹੜੇ ਨੈਪਾ ਉਹ ਥੋੜ੍ਹੀ ਪ੍ਰੋਡਕਸ਼ਨ ਘੱਟ ਲੈਂਦੇ ਆ ਕਿ ਉਹ ਕੁਆਲਿਟੀ ਚਾਹੁੰਦੇ ਆ, ਤੇ ਉੱਥੇ ਐਵਰੇਜ ਹੋਊਗੀ 2.5 ਤੋਂ 4 ਟਨ ਦੀ ਗ੍ਰੀਨ। ਤੇ ਹੁਣ ਉਹ ਜੇ ਸੈਂਟਰਲ ਵੈਲੀ ਵਿੱਚ ਤੁਸੀਂ ਵੇਖੋ ਜਿਹੜੇ ਵਾਈਨ ਗ੍ਰੇਪ ਆ ਉਹ ਲੋਡ ਤੋਂ ਵਾਧੂ ਪ੍ਰੋਡਿਊਸ 20-22 ਟਨ ਵੀ ਕੱਢ ਜਾਂਦੇ ਆ। ਓਵਰਲੋਡ ਉਹਨਾਂ ਨੂੰ ਕੱਲ ਉਹ ਮਿਕਸਿੰਗ ਬਲੈਂਡਿੰਗ ਵਾਸਤੇ ਹੁੰਦੇ ਆ। ਸੋ ਮੇਰੇ ਹਿਸਾਬ ਨਾਲ ਕਿ ਕਈ ਮਿਲੀਅਨ ਟਨ ਹੋਣੇ ਆ ਵਾਈਨ ਦੇ, 4-5 ਮਿਲੀਅਨ। ਔਰ ਟੋਟਲ ਜਿਹੜੀ ਆ ਜੇ ਆਪਾਂ ਰਕਮ ਦੇ ਹਿਸਾਬ ਨਾਲ ਦੇਖੀਏ, ਪੂਰੇ ਅਮਰੀਕਾ 'ਚ ਕਿੰਨੇ ਕੁ ਦੀ ਅੰਗੂਰ ਪੈਦਾਵਾਰ ਹੁੰਦੀ ਆ ਹਰ ਸਾਲ? ਮੇਰੇ ਖਿਆਲ 5 ਤੋਂ 6 ਮਿਲੀਅਨ ਬਿਲੀਅਨ ਦੇ 5 ਤੋਂ 6 ਬਿਲੀਅਨ ਦੇ ਹਿਸਾਬ ਨਾਲ ਜਿਹੜੀ ਆਮਦਨ ਹੈਗੀ ਆ ਜੇ ਪ੍ਰੋਡਕਸ਼ਨ ਹੁੰਦੀ ਆ ਸਾਰੇ ਅੰਗੂਰਾਂ ਦੇ, ਸਾਰੇ ਭਾਵੇਂ ਮੇਵਾ ਤੇ ਭਾਵੇਂ ਟੇਬਲ ਗ੍ਰੇਪ ਤੇ ਭਾਵੇਂ। ਅੱਛਾ, ਇੱਕ ਇਹ ਵੀ ਆ ਵੀ
ਸਭ ਤੋਂ ਪਹਿਲਾਂ ਸਭ ਤੋਂ ਵੱਡੀ ਖੇਤੀ ਜਿਹੜੀ ਸਭ ਤੋਂ ਵੱਧ ਪੈਦਾਵਾਰ ਆ ਉਹ ਦੁੱਧ ਦੀ ਪੈਦਾਵਾਰ ਗਿਣੀ ਜਾਂਦੀ ਹੈ, ਉਸ ਤੋਂ ਬਾਅਦ ਬਦਾਮਾਂ ਦੀ ਗਿਣੀ ਜਾਂਦੀ ਹੈ, ਔਰ ਤੀਜੇ ਨੰਬਰ ਤੇ ਅੰਗੂਰ ਗਿਣੇ ਜਾਂਦੇ ਆ। ਔਰ ਕੈਲੀਫੋਰਨੀਆ ਦਾ ਨਾਮ ਇਦਾਂ ਵੀ ਮਸ਼ਹੂਰ ਹੈ ਕਿ ਅੰਗੂਰ ਹੁੰਦੇ ਹੀ ਕੈਲੀਫੋਰਨੀਆ ਤੇ ਕਿੰਨੇ ਕੁ % ਅਮਰੀਕਾ ਦੀ ਪੂਰੀ ਪ੍ਰੋਡਕਸ਼ਨ ਦਾ ਕਿੰਨਾ ਕੁ % ਘਰ ਜਿਹੜਾ ਕੈਲੀਫੋਰਨੀਆ ਪੂਰਾ ਕਰਦਾ? ਮੇਰੇ ਖਿਆਲ ਦੇ ਮੇਰੇ ਹਿਸਾਬ ਨਾਲ 95% ਸੱਜ ਜਿਹੜੀ ਕੀ ਹੈ ਨਾ ਅੰਗੂਰ ਇਹੋ ਇੱਕ ਸੂਬੇ 95 ਨਾਲ 90 ਤੱਕ ਕਿਤੇ ਗਏ ਨਹੀਂ % ਜਿਹੜੇ ਅੰਗੂਰ ਜਿਹੜਾ ਮੇਵਾ ਉਹਦਾ ਐਕਸਕਲੂਸਿਵਲੀ ਕੈਲੀਫੋਰਨੀਆ ਪ੍ਰੋਡਿਊਸ ਕਰਦਾ, ਐਰੀਜ਼ੋਨਾ ਬਹੁਤ ਥੋੜਾ। ਟੇਬਲ ਗ੍ਰੇਪ ਵੀ ਵੇਦੋ ਜਿਹਾ ਅਸੀਂ ਸਾਰਾ ਕੀ ਕੈਲੀਫੋਰਨੀਆ ਪ੍ਰੋਡਿਊਸ ਕਰਦਾ, ਐਰੀਜ਼ੋਨਾ ਥੋੜੀ ਕਿਉਂ ਗਰਮੀ ਬਹੁਤ ਹੁੰਦੀ ਹੈ। ਤੇ ਜਿਹੜੀ ਵਾਈਨ ਗ੍ਰੇਪ ਉਹ ਹੋਰ ਜਿਸ ਤਰ੍ਹਾਂ ਨਿਊਯਾਰਕ ਆ ਸੂਬਾ, ਜਾਰਜੀਆ ਵਾ ਥੋੜਾ ਜਿਹਾ, ਟੈਕਸਸ ਆ, ਇਹ ਹੋਰ ਈਸਟ ਵੱਲ ਹੈਗੇ ਥੋੜੇ ਵੇਦੋ ਜਿਹਾ ਅਸੀਂ ਕਿ 90 ਜਾਂ 95% ਜਿਹੜੀ ਵਾਈਨ ਉਹ ਵੀ ਕੈਲੀਫੋਰਨੀਆ ਦੀ ਮਸ਼ਹੂਰ ਤੇ ਹੈ ਵੀ ਇੱਥੋਂ ਆਉਂਦੀ ਹੈ। ਹਾਂਜੀ, ਮਤਲਬ ਆਪਾਂ ਇਹ ਕਹਿ ਸਕਦੇ ਹਾਂ 90 ਤੋਂ 95% ਦੀ ਜਿਹੜੀ ਪ੍ਰੋਡਕਸ਼ਨ ਆ ਸਾਰੇ ਇਹ ਸੂਬੇ ਇੱਕ ਸੂਬੇ ਨੇ ਕੀ ਸਿਰਫ ਕੈਲੀਫੋਰਨੀਆ ਨੇ। ਹਿਸਾਬ ਲਾ ਲਾ ਜੇ ਇੱਕ ਸੂਬਾ ਕੀ ਨੰਬਰ 6 ਤਾਕਤ ਹੈ ਦੁਨੀਆ ਦੇ ਵਿੱਚ ਇਕਾਨਮੀ ਦੇ ਵਿੱਚ, ਜਿਹੜੀ ਕਿ ਇਹਨਾਂ ਦੀ ਜਿਹੜੀ ਗਰੋਥ ਆਊਟਪੁੱਟ ਨੰਬਰ 6 ਗਿਣਿਆ ਜਾਂਦਾ ਸਾਰੇ ਮੁਲਕਾਂ। ਇੱਕ ਸੂਬਾ ਹੀ ਅਮਰੀਕਾ ਦੀ ਤਾਂ ਭਾਲਾ ਬਹੁਤ ਵੱਡੀ ਤੇ ਇੱਕ ਸੂਬੇ ਦੀ ਨਹੀਂ, ਇਸ ਕਰ ਹੁੰਦਾ ਕੋਈ ਮਾਲ ਤੇ ਤਾਂ ਹੀ ਸੂਬੇ ਦੀ ਇੰਨੀ ਬੱਲੇ ਬੱਲੇ ਹੈਗੀ। ਇਹ ਤਾਂ ਰੀੜ ਦੀ ਹੱਡੀ ਹੈ ਕੈਲੀਫੋਰਨੀਆ ਦੀ ਜਿਹੜੀ ਐਗਰੀਕਲਚਰ। ਔਰ ਜਿਹੜਾ ਇੱਥੇ ਦਾ ਏਰੀਆ ਕੈਲੀਫੋਰਨੀਆ, ਇਹ ਤਾਂ ਨਹੀਂ ਹੋਣਾ ਵੀ ਕੈਲੀਫੋਰਨੀਆ ਦੇ ਹਰ ਡਿਸਟ੍ਰਿਕਟ ਦੇ ਵਿੱਚ ਜਾਂ ਹਰ ਜਿਹੜੀ ਕਾਉਂਟੀ ਆ ਉਹ 'ਚ ਅੰਗੂਰ ਹੋ ਰਿਹਾ? ਕੋਈ ਸਪੈਸ਼ਲ ਕਾਉਂਟੀਜ਼ ਨੇ? ਹਾਂਜੀ, ਬਹੁਤੇ ਜਿਹੜੇ ਅੰਗੂਰ ਆ ਇਹ ਗਰਮੀ ਭਾਲਦੇ, ਗਰਮੀ ਚਾਹੁੰਦੇ ਵੈਸੇ ਜਿਹੜੇ ਮੇਵੇ ਵਾਲੇ ਤੇ ਟੇਬਲ ਵਾਲੇ। ਸੋ ਬੇਕਰਸਫੀਲਡ ਤੋਂ ਲੈ ਕੇ ਮਡੇਰੇ ਤੀਕਰ ਬਹੁਤੇ ਜਿਹੜੇ ਆਪਣੇ ਦੋਵੇਂ ਤਰ੍ਹਾਂ ਦੇ ਮੇਵਾ ਵੀ ਹੁੰਦਾ ਸੈਂਟਰਲ ਵੈਲੀ ਤੇ ਇਹਨੂੰ ਸੈਂਟਰਲ ਵੈਲੀ। ਤੇ ਜਿਹੜੇ ਵਾਈਨ ਗ੍ਰੇਪ ਉਹ ਥੋੜੇ ਜਿਹੇ ਜਿਹੜੇ ਜਾਸੀ ਸਾਡੇ ਜਿਹੜੇ ਮਸ਼ਹੂਰ ਹੈਗੇ ਨੈਪਾ ਦੇ ਤੇ ਉੱਥੇ ਬਹੁਤ ਹੁੰਦੇ ਆ। ਨਾਰਥ ਕਾਉਂਟੀਆਂ ਵਿੱਚ ਮੈਂਡੋਸੀਨੋ ਹੋਇਆ, ਲੇਕ ਕਾਉਂਟੀ ਹੋਈ, ਮੋਡਾ ਕਾਉਂਟੀ, ਉਹਨਾਂ ਕਾਉਂਟੀਆਂ ਵਿੱਚ ਬਹੁਤ ਜਾਸੀ ਵਾਈਨ ਗ੍ਰੇਪ ਹੁੰਦੇ। ਬਾਕੀ ਸੈਂਟਰਲ ਕੋਸਟ, ਪਾਸੋ ਰੋਬਲਸ, ਮੌਂਟਰੇ ਉੱਥੇ ਬਹੁਤ ਹੁੰਦੇ ਆ। ਉਹ ਵੀ ਸੈਂਟਰਲ ਵੈਲੀ ਵਾਲੇ ਜਿਹੜੇ ਵਾਈਨ ਗ੍ਰੇਪ ਉਹ ਬਹੁਤੇ ਕੀ ਮਿਕਸਿੰਗ ਦੇ ਬਲੈਂਡਿੰਗ ਬਹੁਤੇ ਹਾਈ ਪ੍ਰਾਈਸ ਨਹੀਂ, ਇਹਨਾਂ ਦੀ ਬਹੁਤਾ ਖਾਸੀਅਤ ਨਹੀਂ। ਉਹਨਾਂ ਦੀ ਖਾਸੀਅਤ ਉੱਥੇ ਹੁੰਦੇ। ਬਟ ਜਿਹੜਾ ਹੈਗਾ ਮੇਵਾ ਉਹ ਐਕਸਕਲੂਸਿਵਲੀ ਆ 2-3 ਜ਼ਿਲ੍ਹਿਆਂ ਵਿੱਚ ਟਲੈਰੀ ਤੋਂ ਲੈ ਕੇ ਫ੍ਰੈਜ਼ਨੋ ਤੱਕ ਹੀ ਹੁੰਦਾ ਵਾ। ਤੇ ਜਿਹੜੇ ਟੇਬਲ ਗ੍ਰੇਪ ਟਲੈਰੀ ਕਰਨ ਤੋਂ ਲੈ ਕੇ ਮਡੇਰੇ ਤੱਕ ਹੁੰਦੇ ਆ। ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਅੰਗੂਰਾਂ ਦੇ ਬਾਰੇ ਪੂਰੀ ਜਾਣਕਾਰੀ ਦੇਣਾ ਚਾਹੁੰਦੇ ਹਾਂ। ਅੰਗੂਰਾਂ ਦੀ ਖੇਤੀ ਕਦੋਂ ਸ਼ੁਰੂ ਹੁੰਦੀ ਹੈ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ। ਗੱਲ ਇਹ ਜਦੋਂ ਬੂਟਾ ਲਾਈਦਾ, ਜਦੋਂ ਜਾਂ ਪਨੀਰੀ ਦਾ ਰੂਟਿੰਗ ਲੈ ਕੇ ਲਾਈਦੀ ਆ ਤੇ ਲਗਭਗ ਪਹਿਲਾ ਸਾਲ 2 ਸਾਲ ਇਹਨਾਂ ਨੂੰ ਪਾਲਣ ਦੇ ਪਰਵਰਿਸ਼ ਕਰਨ ਦੇ ਲੱਗ ਜਾਂਦੇ ਆ। ਤੇ ਪਹਿਲਾ ਸਾਲ ਤੇ ਦੂਸਰਾ ਸਾਲ ਆਮ ਜਮਾਂ ਨਹੀਂ ਫਸਲ ਹੁੰਦੀ। ਤੀਸਰੇ ਸਾਲ ਜਦੋਂ ਫਿਰ ਅੰਗੂਰਾਂ ਦਾ ਕੀ ਬੂਟਾ ਬਣ ਜਾਂਦਾ, ਉਹਨੂੰ ਫਿਰ ਥੋੜ੍ਹੀਆਂ ਟਾਹਣੀਆਂ 3-4 ਟਾਹਣੀਆਂ ਛੱਡ ਦਈਦੀਆਂ ਤੀਸਰੇ ਸਾਲ ਵਾਸਤੇ। ਤੇ ਉਹਨੂੰ ਫਿਰ ਇਹਨਾਂ ਦਾ ਖਾਸ ਜਿਹੜੀ ਪਹਿਲੀ ਫਸਲ ਹੋਣ ਲੱਗ ਪੈਂਦੀ। ਕਦੋਂ ਬੀਜਣਾ ਇਹ ਤਕਰੀਬਨ ਆਮ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਤੱਕ ਬੀਜ ਲਈਦਾ ਵਾ। ਅੱਜ ਕੱਲ੍ਹ ਤਾਂ ਵੈਸੇ ਪੌਟਡ ਪਲਾਂਟ ਮਿਲ ਜਾਂਦੇ ਤੇ ਨਾਲੀਆਂ ਦੇ ਨਾਲ ਉੱਥੇ ਪਾਣੀ ਮਿਲਦਾ ਤੇ ਉੱਥੇ ਪਲਾਂਟ ਹੁੰਦਾ ਤੇ ਭਾਵੇਂ ਤੁਸੀਂ 5ਵੇਂ 6ਵੇਂ ਵਿੱਚ ਵੀ ਲਾ ਦਿਓ, ਗਰਮੀ ਵਿੱਚ ਵੀ। ਬਟ ਜਿਹੜੇ ਪੁਰਾਣਾ ਜਿਹੜਾ ਤੌਰ ਤਰੀਕਾ ਸੀ, ਜਿਹੜਾ ਸਕੂਲ ਗਏ ਜਦੋਂ ਉੱਥੇ ਜੋ ਅਸੀਂ ਸਿੱਖਿਆ ਸੀ, ਆਮ ਫਰਵਰੀ, ਮਾਰਚ, ਅਪ੍ਰੈਲ ਤੱਕ ਲਾ ਦੇਈਦੇ ਸੀ। ਤੇ ਹੁਣ ਚਿਰ ਨੂੰ ਫਿਰ ਨਾਲ ਥੋੜ੍ਹੀ ਗਰਮੀ ਹੁੰਦੀ, ਬਾਹਰ ਵੀ ਗਰਮੀ ਤੇ ਥੱਲੇ ਜਿਹੜੀ ਰੇਤਾ ਉਹ ਵੀ ਗਰਮੀ ਹੋ ਜਾਂਦੀ ਸੀ ਤੇ ਫਿਰ ਪਾਣੀ ਦੇ ਨਾਲ ਉਹਨਾਂ ਨੂੰ ਪਾਲ ਲਈਦਾ ਸੀ। ਔਰ ਕਿੰਨੀ ਕੁ ਉਮਰ ਹੈ ਜੀ ਬੂਟੇ ਦੀ? ਆਮ ਲਗਭਗ ਜਿਹੜੇ ਬੂਟੇ ਆ ਅੱਜ ਜਿੱਥੇ ਆਪਾਂ ਬੈਠੇ ਇਹ ਤਾਂ ਹੋਊਗੇ ਕੋਈ 6 ਸਾਲ ਪੁਰਾਣੇ ਨਵੇਂ, ਇਹਦਾ ਹੁਣੇ ਲੱਗੇ ਆ, ਨਵੇਂ ਲੱਗੇ ਆ। ਪਰ ਆਮ ਬੂਟਾ ਜਿਹੜਾ ਕਿ ਮੇਵੇ ਦੀ ਮੈਂ ਗੱਲ ਕਰ ਦਿੰਦਾ ਵਾਂ, ਮੇਵੇ ਦਾ ਬੂਟਾ ਤੱਕ ਜੇ ਚੰਗੀ ਤਰ੍ਹਾਂ ਦੇਖ ਕਰੋ, ਸਾਂਭੋ, ਸੰਭਾਲੋ ਤੇ ਆਮ ਜਿਹੜਾ ਬੂਟਾ ਕੀ ਤੁਹਾਨੂੰ ਲਗਭਗ 85 ਤੋਂ 100 ਸਾਲ ਕੱਢ ਜਾਂਦਾ। 85 ਤੋਂ 100 ਸਾਲ ਉਮਰ? ਹਾਂਜੀ, ਜਿਹੜੀ ਕਿ ਪਰਵਰਿਸ਼ ਹੁੰਦੀ ਰਹੇ, ਉਹਦੀ ਪਾਣੀ ਮਿਲਦਾ ਰਹੇ, ਅਗਲੀ ਪੁਸ਼ਤ ਜਿਹੜੀ ਮੈਂ ਨਾ 3 ਪੀੜ੍ਹੀਆਂ ਤੱਕ ਇੱਕ ਨੇ ਲਾਉਣੇ, ਪਿਓ ਨੇ ਲਾਉਣੇ ਤੇ ਪੜਪੋਤਿਆਂ ਨੇ ਜਾ ਕੇ ਕੀ ਫਸਲ ਖਾਣੀ ਆ, ਉੱਥੋਂ ਤੱਕ ਹਾਂਜੀ ਫਸਲ ਪਹੁੰਚ ਸਕਦੀ। ਹਾਂਜੀ, ਜੇ ਚੰਗੀ ਤਰ੍ਹਾਂ ਪਰਵਰਿਸ਼ ਹੁੰਦੀ ਰਹੇ, ਪਾਣੀ ਮਿਲਦਾ ਰਹੇ, ਖਾਦ ਮਿਲਦੀ। ਕੰਮ ਸੌਖਾ, ਖੇਤੀ ਸੌਖੀ ਆ, ਬਹੁਤਾ ਖਿਆਈ ਵਾਲਾ ਕੰਮ ਨਹੀਂ। ਇਹਨਾਂ ਨੂੰ 2-3 ਚੀਜ਼ਾਂ ਬਹੁਤ ਜ਼ਰੂਰਤ ਹੁੰਦੀ। ਇੱਕ ਤਾਂ ਕਿ ਖਾਦ ਜ਼ਰੂਰਤ ਹੁੰਦੀ, ਇੱਕ ਪਾਣੀ, ਤੇ ਬਾਕੀ ਜਿਹੜੇ ਟਿੱਡੇ ਕਹਿਣੇ ਪੈਣੇ ਉਹਨਾਂ ਦੀ ਸੇਵਾ ਹੁੰਦੀ ਰਹੇ। ਤੇ ਬਿਮਾਰੀ ਕਿਹੜੀ ਪੈਂਦੀ ਹੈ? ਬਿਮਾਰੀ ਜਿਹੜੀ ਮੇਨ ਬਿਮਾਰੀ ਆ, ਇੱਕ ਤਾਂ ਉੱਲੀ, ਫੰਗਸ, ਉਹਦੇ ਵਾਸਤੇ ਬੜਾ ਸਾਨੂੰ ਕੀ ਧਿਆਨ ਦੇਣਾ ਪੈਂਦਾ। ਉਹ ਤੀਕਰ ਮਾਰਚ ਤੋਂ ਲੈ ਕੇ ਅਸੀਂ ਜੁਲਾਈ ਤੀਕਰ ਉਹਦੇ ਵਾਸਤੇ ਗੰਧਕ ਜਿਹੜੀ ਸੁਫਰ ਹੁੰਦੀ ਜਾਂ ਸੁੱਕੀ ਜਾਂ ਵੈਟਬਲ ਤੇ ਜਾਂ ਫੰਜੀਸਾਈਡ ਉਹ ਪਾਉਂਦੇ ਰਹਿੰਦੇ। ਤੇ ਜਿਹੜੀ ਦੂਸਰੀ ਬਿਮਾਰੀ ਇੱਕ ਹੋਰ ਨਾਲ ਹੀ ਉੱਲੀ ਦੇ ਨਾਲ ਇੱਕ ਹੋਰ ਗੁੱਛੇ ਗਲ ਜਾਂਦੇ, ਉਹ ਸੁੰਡੀ ਹੁੰਦੀ ਆ।
ਤੇ ਉਹ ਕੀ ਲੀਫ ਰੋਲਰ ਉਹ ਵਰਮ ਨੂੰ ਆਉਂਦੇ ਲੀਫ ਹੋਲਡਰ ਵੀ ਇੱਕ ਉਹਦੇ ਵਾਸਤੇ ਤੁਹਾਨੂੰ ਕੀ ਪ੍ਰਬੰਧ ਕਰਨਾ ਪੈਂਦਾ ਮਿਡਲ ਆਫ ਮਈ ਤੋਂ ਲੈ ਕੇ ਮਿਡਲ ਆਫ ਜੂਨ ਤੱਕ। ਤੇ ਥੱਲੇ ਜਿਹੜੀ ਜ਼ਮੀਨ ਹੈ ਇਹ ਵੀ ਸਾਫ਼ ਰੱਖਣੀ ਪੈਂਦੀ ਹੈ। ਇਹ ਠੀਕ ਹੈ ਹਾਂਜੀ, ਜੇ ਤਾਂ ਤੁਸੀਂ ਜਿਸ ਹੁਣ ਆਪਾਂ ਬੈਠੇ ਇਹਨਾਂ ਨੇ ਇੰਡੀਆ ਵਾਂਗੂ ਮੋੜੇ ਲਾਏ ਆ ਤੇ ਇਹ ਓਵਰਹੈਡ ਪ੍ਰੋਡਕਸ਼ਨ ਹੋ ਰਹੀ ਹੈ, ਇਹਦੇ ਥੱਲੇ ਦਾ ਬਹੁਤਾ ਤੁਹਾਨੂੰ ਧਿਆਨ ਦੇਣ ਦੀ ਲੋੜ ਹੀ, ਨਾਲੀਆਂ ਲੱਗੀਆਂ ਪਾਣੀ ਮਿਲੀ ਜਾਂਦਾ ਉੱਪਰ ਨੂੰ ਵਧੀ ਜਾਂਦੇ ਆ। ਇਹ ਤਾਂ ਬੜੀ ਸਿੰਪਲ ਜੀ ਵਾਹੀ ਹੈ, ਨਾ ਵੀ ਵਾਹੋ ਤੇ ਕੋਈ ਨਹੀਂ, ਸਿਰਫ ਉਹ ਬੁਰਸ਼ ਕੁਤਰਨਾ ਉਹ ਕੁਤਰਿਆ ਆ ਤੇ ਫਿਰ ਕੀ ਇੱਕ ਵਾਰ ਵਾਹ ਕੇ ਤੇ ਗੁਜ਼ਾਰਾ। ਬਟ ਜਿਹੜੇ ਸਾਡੇ ਉਹ ਰੈਗੂਲਰ ਕਨਵੈਨਸ਼ਨਲ ਟਾਮਸਨਸ ਆ ਜਿੱਥੇ ਆਮ ਬਹੁਤਾ ਪੁਰਾਣਾ 90% ਹੋ ਗਏ, ਉੱਥੇ ਤੁਹਾਡੇ ਹਾਂਜੀ ਘਾਹ ਬੂਟੀ ਜਾਸੀ ਹੋ ਜਿਹਨੂੰ ਪਾਣੀ ਲਾਈਦਾ ਸੂਰਜ ਮਿਲਦਾ, ਉੱਥੇ ਵੀ ਤੁਹਾਨੂੰ ਥੋੜ੍ਹਾ ਜਾਸੀ ਡਿਸਕਾਂ ਵਗੈਰਾ ਵਾਹੁਣੀਆਂ ਪੈਂਦੀਆਂ ਕਰਨੀਆਂ ਪੈਂਦੀਆਂ। ਅੱਛਾ ਇੱਕ ਇਹ ਦੱਸੋ ਵੀ ਇਹ 1 ਏਕੜ ਰਕਬੇ ਦੇ ਵਿੱਚੋਂ ਟੋਟਲ ਪ੍ਰੋਡਕਸ਼ਨ ਕਿੰਨੇ ਕੁ ਦੀ ਹੁੰਦੀ ਹੈ? ਓਕੇ, ਉਸ ਤੋਂ ਬਾਅਦ ਉੱਤੇ ਖਰਚਾ ਕਿੰਨਾ ਕੁ ਹੁੰਦਾ, ਤਾਂ ਕਿ ਅਸੀਂ ਆਈਡੀਆ ਲਗਾ ਸਕੀਏ ਕਿ ਆਪਾਂ ਨੂੰ ਪ੍ਰੋਫਿਟ ਕੀ ਆ ਸਕਦਾ ਵਾ ਜੇ ਕੋਈ ਖੇਤੀ ਕਰਦਾ ਤੇ ਕਿੰਨੀ ਕੁ ਪ੍ਰੋਫਿਟੇਬਲ ਹੈਗੀ ਹੈ। ਓਕੇ, ਲੈ ਮੈਂ ਤੁਹਾਨੂੰ ਤਿੰਨੇ ਜਿਹੜੇ ਮੇਜਰ ਅੰਗੂਰਾਂ ਦੇ ਤਰੀਕੇ ਬਣਾਉਣ ਦੇ ਉਹਨਾਂ ਦੇ ਤੁਹਾਨੂੰ ਆਈਡੀਆ ਦੇਣਾ। ਪਹਿਲੀ ਗੱਲ ਤਾਂ ਅੰਗੂਰ ਜਿਹੜੇ ਬਣਦੇ ਮੇਵੇ ਵਾਸਤੇ, ਅੰਗੂਰ ਜਿਹੜੇ ਬਣਦੇ ਥੱਲੇ ਪਾ ਕੇ ਜਾਂ ਵੇਲਾਂ ਦੇ ਉੱਤੇ ਸੁਕਾਈ ਦੇ, ਜਿਹਨੂੰ ਕਿ ਮੇਵਾ ਆਖੀ ਜਾਂਦਾ ਜਾਂ ਰੇਜ਼ਨ ਆਖੀ ਜਾਂਦਾ, ਭਾਵੇਂ ਚਿੱਟੇ ਹੋਣ ਤੇ ਭਾਵੇਂ ਕਾਲੇ ਹੋਣ। ਫਰਕ ਇਹਨਾਂ ਚਿੱਟੇ ਕੀ ਅੰਦਰ ਖੜ ਕੇ ਤੇ ਸੁਕਾਈ ਦੇ ਉਹ ਚਿੱਟੇ ਰਹਿ ਜਾਂਦੇ ਤੇ ਜਿਹੜੇ ਬਾਹਰ ਹੁੰਦੇ ਧੁੱਪੇ ਉਹ ਕਾਲੇ ਹੋ ਜਾਂਦੇ। ਜਿੰਨਾ ਕਾਲਾ ਹੋਊਗਾ ਉਹਨਾਂ ਮਿੱਠਾ ਉਹਨਾਂ ਸ਼ੂਗਰ ਜ਼ਿਆਦਾ ਹਾਸ ਹੈਗੀ ਹਾਂਜੀ। ਵੈਸੇ ਇਹ ਤਾਂ ਨਹੀਂ ਗੱਲ ਕਹੀ ਜਾਂਦੀ, ਬਟ ਮਿੱਠੇ ਦੇ ਤਾਂ ਬਹੁਤਾ ਹੋਰ ਵੀ ਕਈ ਕੰਡੀਸ਼ਨ ਹੁੰਦੇ ਤਾਂ ਮਿੱਠਾ ਪੈਂਦਾ ਜਾਂ ਨਹੀਂ ਪੈਂਦਾ। ਬਹੁਤੀ ਤਾਂ ਹੁੰਦੀ ਪੋਟੈਸ਼ੀਅਮ ਦੀ ਗੱਲ ਤੇ ਨਾਈਟ੍ਰੋਜਨ ਦੀ ਗੱਲ, ਪੋਟੈਸ਼ੀਅਮ ਜਾਸੀ ਚਾਹੀਦਾ ਤੇ ਇੱਕ ਹੋਰ ਮਾਈਨਰ ਐਲੀਮੈਂਟਸ ਚਾਹੀਦੇ, ਉਹਨਾਂ ਨਾਲ ਮਿੱਠਾ ਪੈਂਦਾ। ਜਿਹੜਾ ਮੇਵਾ ਜੇ ਤੁਸੀਂ ਆਮ 2 ਟਨ ਸੁੱਕੇ ਜਿਹੜੇ 8 ਤੋਂ 10 ਟਨ ਹਰੇ ਹੋਣ ਉਹ ਵੇਲਾਂ ਦੇ ਇਸ ਵੇਲੇ ਜਿਹੜੇ ਇਸ ਵੇਲੇ ਵੇਲਾਂ ਲੈ ਅੰਗੂਰ ਉਹ ਮੇਵਾ ਨਹੀਂ ਉਹ ਗਿਣਿਆ ਜਾਂਦਾ, ਉਹ ਅੰਗੂਰ ਆ, ਉਹ ਗੁੱਛੇ ਲੱਗੇ ਆ। ਕਦੋਂ ਤਿਆਰੀ ਕਦੋਂ ਹੈ ਇਹ ਤਿਆਰੀ ਅਗਸਤ ਦੇ ਮਿਡਲ ਵਿੱਚ ਜਾ ਕੇ ਤੇ ਸੈਪਟੈਂਬਰ ਦੇ ਲਗਭਗ। ਅੱਛਾ ਮੈਂ ਵਿੱਚ ਟੋਕ ਰਿਹਾ ਜੀ, ਇਹਦੀ ਤਿਆਰੀ ਮਤਲਬ ਅਗਸਤ ਤੇ ਸੈਪਟੈਂਬਰ ਦੇ ਵਿੱਚ ਹੋਣੀ ਹੈ। ਜਿਹੜੀ ਇਹ ਟੇਬਲ ਗ੍ਰੇਪਸ ਆ ਇਹ ਕਈ ਵੈਰਾਈਟੀਆਂ ਦਾ ਕੀ 6ਵੇਂ ਵਿੱਚ ਲੱਥਣ ਲੱਗ ਪੈਂਦੇ ਜੂਨ ਤੇ ਕਈ ਵੈਰਾਈਟੀਆਂ ਜਾ ਕੇ ਜੁਲਾਈ ਤੇ ਜਦੋਂ ਜਾਸੀ ਇਹ ਕੀ ਜਾ ਕੇ ਖਤਮ ਹੁੰਦੇ ਆ ਅਕਤੂਬਰ ਵਿੱਚ। ਬੜਾ ਲੰਮਾ ਸਮਾਂ ਇਹਨਾਂ ਦਾ, ਇਹ ਲੰਬਾ ਕਰ ਲੈਂਦੇ। ਤੇ ਜਿਹੜੇ ਵਾਈਨ ਗ੍ਰੇਪ ਉਹਨਾਂ ਦੀ ਬਹੁਤੀ ਹੁੰਦੀ ਆ ਮਿਡਲ ਆਫ ਅਗਸਤ ਤੋਂ ਲੈ ਕੇ ਮਿਡਲ ਆਫ ਅਕਤੂਬਰ ਤੱਕ। ਇਹਦਾ ਮਤਲਬ ਜਿਹੜੇ ਤੁਸੀਂ ਰੇਜ਼ਨ ਵਾਲੇ ਕਹਿ ਰਹੇ ਮੇਵੇ ਵਾਲੇ ਕਹਿ ਰਹੇ ਹੋ ਜਿਹਨੂੰ ਸੁਕਾਉਣਾ ਪੈਂਦਾ ਵਾ, ਇਹ ਮਤਲਬ 8 ਤੋਂ 10 ਟਨ ਦੇ ਵਿੱਚ ਹਰੇ ਤੇ ਇਹਨਾਂ ਨੂੰ ਜਿਹਨੂੰ ਸੁਕਾਈਦਾ ਤੇ 2 ਟਨ 1.5 ਤੋਂ ਪੌਣੇ 2 ਤੋਂ 2 ਟਨ ਵੀ ਸੁੱਕਾ ਮਿਲ ਜਾਂਦਾ। ਤੇ ਜਿਹੜਾ ਸੁੱਕਾ ਮੇਵਾ ਤੇ ਇਹਦਾ ਤਕਰੀਬਨ ਅੱਜ ਕੱਲ੍ਹ $2,000 ਇੱਕ ਟਨ ਦਾ ਵਾ। ਸੋ ਜੇ 4,000 ਹੋ ਗਿਆ ਇਹਦਾ ਮਤਲਬ ਤੁਸੀਂ ਜੇ 2 ਟਨ ਸੁੱਕੇ ਆ ਤੇ $2,000 ਤੁਹਾਡਾ 4,000 ਤੇ 4,000 ਵਿੱਚੋਂ ਜਿਹੜਾ ਤੁਹਾਡੀ ਇਹਨੂੰ ਫਸਲ ਪਾਲਣ ਨੂੰ ਪ੍ਰੂਨਿੰਗ ਕਰਨ ਨੂੰ ਤੋੜਨ ਨੂੰ ਪਾਲਣ ਨੂੰ ਇਹ ਕੀ ਫਰਟੀਲਾਈਜ਼ ਕਰਨ ਨੂੰ ਜਾਂ ਜੋ ਵੀ ਇਹ ਤੁਹਾਡਾ ਸਪਰੇਅ ਕਰਨ ਨੂੰ $2,000 ਤੇ ਇਹ ਉੱਪਰ ਹੀ ਲੱਗ ਜਾਂਦਾ। ਮਤਲਬ $2,000 ਦਾ ਖਰਚਾ ਵਾ ਹਾਂਜੀ ਤੇ $2,000 ਤੁਹਾਡਾ ਪ੍ਰੋਫਿਟ ਆਮਦਨ। ਤੇ ਉਹਦੇ ਵਿੱਚੋਂ ਫਿਰ ਆਮਦਨ ਦੇ ਵਿੱਚ ਤੁਸੀਂ ਆਪਣਾ ਟੈਕਸ ਵੀ ਤਾਰਨਾ ਤੇ ਉਹਦੇ ਵਿੱਚੋਂ ਤੁਸੀਂ ਆਪਣੀ ਪ੍ਰਾਪਰਟੀ ਦੇ ਜੇ ਕੋਈ ਪੇਮੈਂਟ ਹੋਵੇ ਉਹ ਵੀ ਤੁਹਾਨੂੰ ਮਤਲਬ ਜੇ ਸਪੋਜ਼ ਲੀਜ਼ ਤੇ ਹੈ ਜਾਂ ਕੋਈ ਬੈਂਕ ਤੋਂ ਕਰਜ਼ਾ ਲਿੱਤਾ ਤੇ ਉਹ ਉਹਦੇ ਵਿੱਚੋਂ ਮਤਲਬ ਆਪਾਂ ਇਹ ਕਹੀਏ ਵੀ ਜੇ ਫ੍ਰੀ ਲੈਂਡ ਹੋਵੇ ਮਤਲਬ ਜਿੱਥੇ ਕੋਈ ਲੀਜ਼ ਨਾ ਹੋਵੇ ਜਾਂ ਆਪਣੀ ਲੈਂਡ ਹੋਵੇ ਕੋਈ ਖਰਚਾ ਹੋਵੇ ਫਿਰ 2,000 1.5 ਤੋਂ 2,000 ਲਗਭਗ 1.5 ਤੋਂ 2,000 ਪਰ ਏਕੜ ਦਾ ਆ ਜਾਂਦਾ। ਇੱਕ ਵੇਲਾ ਹੋਰ ਹੋ ਗਿਆ ਜੀ ਬ੍ਰੇਕ ਲੈਣ ਦਾ, ਕਿਤੇ ਜਾਈਏ ਉਹਨਾਂ ਬਹੁਤ ਜਲਦੀ ਹਾਜ਼ਰ ਹੁੰਨੇ ਆ। ਇਸੇ ਤਰ੍ਹਾਂ ਚਰਚਾ ਸਾਡੀ ਹਰਵਿੰਦਰ ਸਿੰਘ ਨਾਲ ਅੰਗੂਰਾਂ ਦੀ ਖੇਤੀ ਤੇ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜੀ। ਸਾਡੀ ਚਰਚਾ ਚੱਲ ਰਹੀ ਅੰਗੂਰਾਂ ਦੀ ਖੇਤੀ ਤੇ। ਹਰਵਿੰਦਰ ਜੀ ਇੱਕ ਜਿਹੜੀ ਇਹਦੇ ਚ ਆਈ ਹੈ ਜਿੰਨੀ ਪ੍ਰੋਡਕਸ਼ਨ ਹੋ ਰਹੀ ਹੈ ਜਿੰਨੀ ਏਕਰੇਜ ਆ ਔਰ ਜਿੰਨੀ ਤੁਸੀਂ ਦੱਸਦੇ ਪਏ ਲੇਬਰ ਆ, ਜਿੱਦਾਂ ਟੇਬਲ ਗ੍ਰੇਪ ਤੇ ਤਾਂ ਬਹੁਤ ਜ਼ਿਆਦਾ ਲੇਬਰ ਆ ਹੈ ਨਾ, ਇੰਪਲੋਇਮੈਂਟ ਬੜੀ ਜਨਰੇਟ ਕਰਦਾ ਹੋਣਾ ਅੰਗੂਰਾਂ ਦੀ ਖੇਤੀ। ਬਹੁਤ ਜ਼ਿਆਦੀ ਇੰਪਲੋਇਮੈਂਟ, ਬਹੁਤ ਜ਼ਿਆਦੀ ਲੋੜ, ਬੰਦਿਆਂ ਦੀ ਬਹੁਤ ਸਖਤ ਲੋੜ ਹੁੰਦੀ ਆ। ਤੇ ਮੁਸੀਬਤ ਇਹ ਕੀ ਹੈ ਕਿ ਹੁਣ ਅੱਗੇ ਨਾ ਉਹਨਾਂ ਬੰਦੇ ਘੱਟ ਆ ਰਹੇ। ਟ੍ਰੈਂਡ ਮਸੀਕੋ ਦੇ ਨਾਲ ਸਾਡੀ ਜਿਹੜੀ ਟਰੰਪ ਦੇ ਐਡਮਿਨਿਸਟ੍ਰੇਸ਼ਨ ਦਾ ਅੱਜ ਕੱਲ੍ਹ ਝਗੜਾ ਚੱਲ ਰਿਹਾ ਟਰੰਪ ਦਾ, ਤੇ ਉਹਦੇ ਨਾਲ ਸਾਨੂੰ ਬਹੁਤ ਕੀ ਮਹਿਸੂਸ ਹੋ ਰਿਹਾ ਕਿ ਬੰਦੇ ਬੜੇ ਘੱਟ ਮਿਲ ਰਹੇ। ਪਰ ਵੈਸੇ ਬੰਦਿਆਂ ਦੀ ਬਹੁਤ ਲੋੜ ਹੈ। ਕਿਉਂਕਿ ਮੈਕਸੀਕਨ ਹੀ ਇੱਕ ਨੋਟ ਕੀਤਾ ਜਾਂਦਾ ਵਾ, ਮੈਕਸੀਕਨ ਲੇਬਰ ਦੇ ਵਿੱਚ ਸਭ ਤੋਂ ਜ਼ਿਆਦਾ ਲੇਬਰ ਜਿਹੜੀ ਮਿਹਨਤੀ ਜਿਹੜੀ ਆ ਉਹ ਮੈਕਸੀਕਨ ਆ। ਜੇ ਆ ਜਿਹੜਾ ਕੰਮ ਖੇਤੀਬਾੜੀ ਜਿੰਨੀ ਵੀ ਨਾ ਕੈਲੀਫੋਰਨੀਆ ਖਾਸ ਕਰਕੇ ਜਿਹੜੀ ਹੱਥਾਂ ਦੀ ਖੇਤੀਬਾੜੀ, ਇਹ ਸਾਰੇ ਮਸੀਕਿਆਂ ਦੀ ਮਿਹਰਬਾਨੀ ਤੇ ਉਹਨਾਂ ਦੇ ਸਿਰ ਤੇ ਹੁੰਦੇ ਜੀ। ਇਹ ਮਸੀਕੇ ਉਹ ਜਿੱਦਣ ਬੰਦ ਹੋ ਗਏ
ਉਹਦੋਂ ਆਸ ਹੈ ਕਿ ਖੇਤੀ ਬੰਦ ਕਾਫੀ ਹੋ ਜੂਗੀ। ਇਹ ਇੰਨਾ ਕਿ ਸਾਨੂੰ ਇਨਫਲੂਐਂਸ ਆ ਮਸੀਕਿਆਂ ਦੀ ਲੇਬਰ ਦਾ। ਤੇ ਮੈਂ ਫਿਰ ਦੁਬਾਰਾ ਨਾ ਜਿੱਦਣ ਕਿ ਮਸੀਕੇ ਆਉਣੇ ਬੰਦ ਹੋ ਗਏ ਜਾਂ ਸੈਂਟਰਲ ਅਮਰੀਕਾ ਜਾਂ ਖਾਸ ਮੈਕਸੀਕੋ ਤੋਂ ਲੇਬਰ ਉਦੋਂ ਨਹੀਂ ਜਾਂ ਤਰੀਕਾ ਵਰਤਣਾ ਪਊ ਹੋਰ, ਤੇ ਜਾਂ ਫਿਰ ਖੇਤੀਬਾੜੀ ਸਕੇਲ ਡਾਊਨ ਕਰਨਾ ਪਊ, ਤੇ ਜਾਂ ਫਿਰ ਬੰਦ ਕਰ ਦਾਂਗੇ। ਹਾਂਜੀ, ਇਹ ਸਾਰਾ ਕੈਲੀਫੋਰਨੀਆ ਦੀ ਜਿੱਦਾਂ ਹੁਣ ਲੇਬਰ, ਜਿੱਦਾਂ ਤੁਸੀਂ ਕਹਿੰਦੇ ਲੇਬਰ ਦੀ ਬੜੀ ਪ੍ਰੋਬਲਮ ਦਿੱਕਤ ਆ ਰਹੀ ਹੈ ਲੇਬਰ ਲੈਣ ਦੇ ਵਿੱਚ, ਕੀ ਇਹਦਾ ਕੋਈ ਆਪਸ਼ਨ ਜਾਂ ਹੋਰ ਹੱਲ? ਆਪਸ਼ਨ ਹੈ ਕੋਈ, ਇੱਕ ਤਾਂ ਇਹ H2 ਵੀਜ਼ਾ ਸੁਣੀਦੇ ਆ, ਤੁਸੀਂ H2 ਵੀਜ਼ੇ ਦੇ ਬੰਦੇ ਮੰਗਾ ਸਕਦੇ, ਪਰ ਉਹ ਮਹਿੰਗੇ ਬੜੇ ਪੈਂਦੇ। ਅੱਗੇ ਲੇਬਰ ਮਹਿੰਗੀ ਆ, ਉਹਨਾਂ ਵਾਸਤੇ ਤੁਹਾਨੂੰ ਹਾਊਸਿੰਗ ਪ੍ਰੋਵਾਈਡ ਕਰਨੀ ਪੈਂਦੀ ਸਪੈਸ਼ਲ, ਉਹਨਾਂ ਨੂੰ ਤੁਹਾਡੇ ਰਹਿਣ ਦਾ ਪ੍ਰਬੰਧ ਕਰਨਾ ਪੈਂਦਾ, ਉਹਨਾਂ ਦੇ ਇੱਕ ਦੋ ਹੋਰ ਟਰਾਂਸਪੋਰਟੇਸ਼ਨ ਦਾ ਪ੍ਰਬੰਧ, ਫਿਰ ਤੁਹਾਨੂੰ ਫੈਡਰਲ ਵੇਜ ਦੇਣੀ ਪੈਂਦੀ ਆ, ਤੇ ਉਹ ਮਹਿੰਗੀ ਬੜੀ ਪੈਂਦੀ, ਉਹ ਸਾਨੂੰ ਪੁੱਗਦੀ। ਉਹ ਜੇ ਤੁਹਾਡਾ ਕੋਈ ਬਹੁਤ ਹਾਈ ਗਰੋਸਿੰਗ ਫੇਰ ਆ। ਹਾਂਜੀ, ਤੇ ਮਾੜੇ ਮੋਟੇ। ਦੂਸਰਾ ਜਿੱਦਾਂ ਕਿ ਹੱਥ ਨਾਲ ਤੋੜਨ ਦਾ ਕੰਮ ਆ, ਕੀ ਕਿਸਾਨਾਂ ਨੇ ਕੋਈ ਹੋਰ ਰਾਹ ਵੀ ਲੱਭਿਆ ਵਾ, ਕੋਈ ਮਕੈਨੀਕਲ, ਕਿਉਂਕਿ ਅੱਜ ਕੱਲ੍ਹ ਤਾਂ ਮਸ਼ੀਨੀ ਯੁੱਗ ਹੈ। ਹਾਂਜੀ, ਅੱਜ ਕੱਲ੍ਹ ਮਸ਼ੀਨ ਦਾ ਯੁੱਗ, ਤੇ ਕੁਦਰਤੀ ਅਸੀਂ ਵੀ ਮਸ਼ੀਨ ਦੇ ਯੁੱਗ ਦੇ ਨਾਲ ਬਰਾਬਰ ਹੁੰਦੇ ਜਾਂਦੇ ਆ। ਕੋਈ ਟਾਈਮ ਸੀ ਅਸੀਂ ਲਾਪਰਵਾਹ ਸੀ, ਕੋਈ ਟਾਈਮ ਸੀ ਲੇਬਰ ਆਖਰਾਂ ਦੀ ਸੀ, ਸਸਤੀ ਸੀ, ਗੁਜ਼ਾਰਾ ਹੋਈ ਜਾਂਦਾ ਸੀ, ਤੇ ਖਰਚਾ ਇੰਨਾ ਨਹੀਂ। ਹੁਣ ਜਿਹਨੂੰ ਹਰ ਇੱਕ ਚੀਜ਼ ਮਹਿੰਗੀ ਹੋ ਜਾਂਦੀ ਹੈ, ਲੇਬਰ ਹੋਰ ਵੀ ਜਿਹੜੇ ਇਨਪੁਟ ਆ, ਫਰਟੀਲਾਈਜ਼ਰ, ਪਾਣੀ ਆ, ਹਰ ਇੱਕ ਚੀਜ਼ ਅੱਗੇ ਨਾਲੋਂ ਕਾਫੀ ਮਹਿੰਗੀ ਹੋ ਗਈ, ਤੇ ਦਾਲਾ ਬੜਾ ਔਖਾ ਹੋ ਕੇ ਬਣਾਈਦਾ ਤੇ ਬਣਦਾ। ਤੇ ਹੁਣ ਫਿਰ ਟਾਈਮ ਇਸੋ ਆ ਗਿਆ ਕਿ ਜਿਹੜੇ ਅਸੀਂ ਅੰਗੂਰਾਂ ਵਾਲੇ ਜਿਹੜੇ ਬਣਾਉਂਦੇ ਮੇਵਾ, ਅੱਜ ਕੱਲ੍ਹ ਨਵੀਆਂ ਵਰਾਇਟੀਆਂ ਸ਼ੁਰੂ ਹੋ ਗਈਆਂ ਜਿਹੜੇ ਮਕੈਨਿਕਲੀ ਤੋੜ ਲਈਦੀਆਂ, ਤੋੜਨੇ ਵਿੱਚ ਸੌਖਾ ਹੋ ਗਿਆ ਵਾ। ਸੋ ਆਮ ਲੋਕ ਤੁਸੀਂ ਵੇਖੋ ਜੇ ਮੇਵੇ ਵਾਲੇ ਉਹ ਟ੍ਰਾਂਜੀਸ਼ਨ ਕਰ ਰਹੇ ਵਰਾਇਟੀ, ਜਾਂ ਤਾਂ ਅੰਗੂਰ ਜਮਾਂ ਹੀ ਛੱਡ ਰਹੇ ਖੇਤੀਬਾੜੀ ਰੇਜ਼ਨ ਦੀ, ਤੇ ਜਿਨ੍ਹਾਂ ਨੇ ਰੇਜ਼ਨ ਵਿੱਚ ਰਹਿਣਾ ਫਿਰ ਉਹ ਆਪਣੇ ਹੌਲੀ ਹੌਲੀ ਕਨਵਰਟ ਕਰ ਰਹੇ ਮਕੈਨਿਕਲ ਨੂੰ, ਹੌਲੀ ਵਰਾਇਟੀਆਂ ਨਵੀਆਂ ਲਾ ਰਹੇ, ਜਿਹੜੀਆਂ ਜਾਂ ਤਾਂ ਇਕੱਠੀਆਂ ਮਸ਼ੀਨ ਨਾਲ ਇੱਕ ਵਾਰ ਟੁੱਟ ਜਾਣ, ਜਾਂ ਲੰਮੀ ਟਰੇ ਦੇ ਪੈ ਜਾਣ, ਜਿਹੜੀ ਕੰਟੀਨਿਊਸ ਟਰੇ ਹੁੰਦੀ ਆ, ਉੱਤੇ ਥੋੜ੍ਹਾ ਜਿਹਾ 10-12 ਦਿਨ ਵੇਲਾਂ ਦੇ ਉੱਪਰ ਰਹਿ ਕੇ ਬਾਕੀ ਥੱਲੇ ਸੁਕਾ ਲਈਦੀ। ਨਹੀਂ ਤੇ ਆਮ ਖੇਤ ਹੈਗੇ ਜਿਹੜੇ ਓਵਰਹੈਡ ਕ੍ਰਿਸ ਕ੍ਰਾਸ ਤਾਰਾਂ ਲੱਗੀਆਂ ਵਾ ਮੋੜਿਆਂ ਵਾਂਗੂ, ਉੱਤੇ ਵੱਢ ਲਈਦੇ, ਉੱਪਰ ਹੀ ਸੁੱਕ ਜਾਂਦੇ, ਫਿਰ ਮਸ਼ੀਨ ਲਿਆਣ ਕੇ ਤੇ ਉੱਪਰ ਹੀ ਤੋੜ ਲਈਦੀ। ਅੱਗੇ ਤੋਂ ਥੱਲੇ ਕਾਗਜ਼ ਤੇ ਥੱਲੇ ਵਾਲੇ ਤੋਂ ਲੋਕ ਉਹਨਾਂ ਨੂੰ ਚਾਲੂ ਆ ਤੇ ਦੂਰ ਤੁਰੇ ਜਾਂਦੇ ਆ, ਲੋਕਾਂ ਨੂੰ ਲੇਬਰ ਨਹੀਂ ਮਿਲਦੀ, ਸਮੱਸਿਆ ਬੜੀ। ਤੇ ਜੇ ਮਿਲਦੀ ਵੀ ਤੇ ਲੇਬਰ ਬੜੀ ਨਕਸ਼ਫੀਨੀਆਂ ਕਰਦੀ, ਦੂਸਰੀ ਗੱਲ ਮਹਿੰਗੀ ਬੜੀ ਹੋ ਗਈ ਆ। ਇੱਕ ਤੁਸੀਂ ਹੁਣੀ ਵਿੱਚ ਗੱਲ ਕਹੀ ਵੀ ਜਾਂ ਤਾਂ ਲੋਕ ਅੰਗੂਰਾਂ ਦੀ ਖੇਤੀ ਤੋਂ ਪਰੇ ਹਟਦੇ ਜਾਂਦੇ ਆ, ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਹੀ ਆ ਕਿ ਚਾਹੇ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਖੇਤੀ ਅੰਗੂਰਾਂ ਦੀ ਹੁੰਦੀ ਆ, ਔਰ ਇਹਦਾ ਰੁਝਾਨ ਹੁਣ ਲਗਾਤਾਰ ਸਾਲ ਦਰ ਸਾਲ ਘਟ ਰਿਹਾ। ਹਾਂਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਤੁਸੀਂ ਵੇਖੋ ਪਿਛਲੇ 5 ਸਾਲਾਂ ਵਿੱਚ ਹੀ ਤਕਰੀਬਨ ਕੋਈ 1.5 ਲੱਖ ਕਿੱਲਾ ਕੀ ਅੰਗੂਰਾਂ ਦਾ ਕੀ ਖੇਤੀ ਘਟ ਗਈ, ਖਾਸ ਕਰਕੇ ਜਿਹੜਾ ਮੇਵੇ ਵਾਲੇ 50-70 ਹਜ਼ਾਰ ਕਿੱਲਾ ਤੇ ਉਹ ਹੀ ਪੁੱਟਿਆ ਗਿਆ ਵਾ। ਹਾਲਾਂਕਿ ਉਹ ਪੁੱਟਣ ਦਾ ਇੰਨਾ ਪੁੱਟਿਆ ਤੇ ਇੰਨੇ ਟਨ ਬਾਹਰ ਪ੍ਰੋਡਕਸ਼ਨ, ਫਿਰ ਵੀ ਕੋਈ ਇੰਨਾ ਫਰਕ ਨਹੀਂ ਸਾਨੂੰ ਪੈ ਰਿਹਾ। ਫਿਰ ਵੀ ਐਟ ਦੀ ਐਂਡ ਆਫ ਦ ਡੇ ਸਾਡੇ ਕੀ ਪੱਲੇ ਫਿਰ ਵੀ ਇੰਨਾ ਭਾਅ ਨਹੀਂ ਮਿਲ ਰਿਹਾ, ਕਿਉਂਕਿ ਬਾਹਰਲੇ ਮੁਲਕਾਂ ਤੋਂ ਮੇਵਾ ਸਸਤਾ ਮਿਲ ਸਕਦਾ, ਮਿਲ ਵੀ ਜਾਂਦਾ। ਵੱਡੀਆਂ ਕੰਪਨੀਆਂ ਲੈ ਕੇ ਮਿਕਸ ਬਲੈਂਡ ਕਰਕੇ ਆਪਣੇ ਮੇਵੇ ਅਮਰੀਕਾ ਦੇ ਨਾਲ ਤੇ ਗੁਜ਼ਾਰਾ ਕਰੀ ਜਾਂਦੇ ਆ। ਬਾਹਰ ਸਾਡਾ ਡਾਲਾ ਵੱਡਾ, ਉਹ ਉਹਨਾਂ ਨੂੰ ਸਸਤਾ ਪੈਂਦਾ, ਬਾਹਰੋਂ ਲਿਆਣ ਕੇ ਮਿਕਸ ਬਲੈਂਡ ਕਰਕੇ ਪੋਸਟ ਹੋਏ, ਕੈਲੋਗ ਹੋਏ, ਦੂਸਰੀਆਂ ਜਿਹੜਾ ਸੀਰੀਅਲ ਕੰਪਨੀਆਂ ਲੈ ਕੇ ਆ, ਤੇ ਉਹ ਅਮਰੀਕਨ ਜਿੱਦਾਂ ਕਿ 2013 ਦੇ ਜੇ ਟ੍ਰੈਂਡ ਦੇਖੀਏ ਤੇ 1 ਮਿਲੀਅਨ ਏਕੜ ਤੋਂ ਜ਼ਿਆਦਾ ਦੇ ਵਿੱਚ ਜਿਹੜੀ ਆ ਖੇਤੀ ਹੁੰਦੀ ਸੀ, ਸਾਲ ਦਰ ਸਾਲ ਘਟਦੀ ਹੋਈ ਉਹ 2017 ਤੱਕ ਕਾਫੀ ਘਟ ਗਈ ਹੈ। ਤੇ ਲੇਕਿਨ ਹੁਣ ਕਿੰਨਾ ਕੁ ਫਰਕ ਪਿਆ ਹੋਊਗਾ? ਕਿਉਂ ਲੋਕਾਂ ਦਾ ਰੁਝਾਨ ਵੀ ਲੇਬਰ ਨਹੀਂ ਮਿਲ ਰਹੀ, ਜਾਂ ਇੱਥੇ ਖਰਚਾ ਜ਼ਿਆਦਾ, ਜਾਂ ਇੱਥੇ ਬਿਮਾਰੀਆਂ ਜ਼ਿਆਦਾ ਪੈਂਦੀਆਂ ਵਾ ਅੰਗੂਰਾਂ ਨੂੰ? ਬਿਮਾਰੀ ਦਾ ਅਸੀਂ ਕੰਟਰੋਲ ਕਰ ਸਕਦੇ ਹਾਂ, ਬਿਮਾਰੀ ਵਾਸਤੇ ਇਲਾਜ ਹੁੰਦਾ, ਠੀਕ ਹੈ, ਮਹਿੰਗਾ ਪੈ ਜਾਂਦਾ, ਪਰ ਕੰਟਰੋਲ ਕਰ ਲਈਦਾ। ਵੱਡੀ ਮਾਰ ਇਹ ਹੈ 2-3 ਕਾਰਨ। ਇੱਕ ਤਾਂ ਜਿਹੜਾ ਪਾਣੀ ਅੱਗੇ ਨਾਲੋਂ ਘਟੀ ਜਾਂਦਾ, ਤੇ ਪਾਣੀ ਬਹੁਤ ਚਾਹੀਦਾ ਅੰਗੂਰਾਂ ਨੂੰ ਪਾਣੀ ਆਪਣੇ ਹਿੱਸੇ ਇੰਨਾ ਨਹੀਂ ਜਿੰਨਾ ਬਦਾਮਾਂ ਨੂੰ, ਹੋਰਨਾਂ ਫਸਲਾਂ ਚਾਹੀਦਾ ਜ਼ਰੂਰ ਆ। ਇੱਕ ਵੱਡੀ ਇਹ ਨਾਲ ਇਹ ਕੀ ਪ੍ਰੋਬਲਮ ਆ ਕਿ ਅੱਗੇ ਨਾਲੋਂ ਖਰਚਾ ਹਰ ਇੱਕ ਪੱਖੋਂ, ਲੇਬਰ ਦਾ ਖਰਚਾ ਵੱਧ ਗਿਆ, ਆਮਦਨ ਵਧੀ ਜਾਂਦੀ ਆ ਜਿਹੜੀ ਉਹਨਾਂ ਨੂੰ ਦੇਣੀ ਪੈਂਦੀ ਮਿਨੀਮਮ ਵੇਜ। ਇੱਕ ਕੀ ਨਾ ਮਿਲਣ ਦਾ ਬਹੁਤੀ ਵੱਡੀ ਸਾਨੂੰ ਸਮੱਸਿਆ ਇਹ ਹੈ ਕਿ ਸਾਨੂੰ ਲੇਬਰ ਨਹੀਂ ਮਿਲਦੀ, ਟਾਈਮ ਸਿਰ ਨਹੀਂ ਮਿਲਦੀ, ਤੇ ਐਡਕੁਏਟ ਨਹੀਂ ਮਿਲਦੀ। ਸੋ ਅਸੀਂ ਸਾਰੇ ਡਰਦੇ ਹਾਂ ਜੀ ਇੰਨਾ ਵੱਡਾ ਸਾਡਾ ਧੰਦਾ ਕਿਸੇ ਦਾ ਹੋਊਗਾ, ਇੰਨਾ ਵੱਡਾ ਖਰਚਾ ਕਰ ਬੈਠੇ ਹਾਂ, ਤੇ ਭਲਕੇ ਜਿਹੜੇ ਆ 2 ਹਫ਼ਤੇ 3 ਹਫ਼ਤੇ ਵਿੱਚ ਸਿਰਫ ਸਾਡੇ ਕੋਲ ਟਾਈਮ ਹੁੰਦਾ ਇਹਨੂੰ ਕੀ ਤੋੜਨਾ, ਤੇ ਉਸ ਟਾਈਮ ਦੇ ਬੰਦੇ ਨਾ ਮਿਲੇ ਤੇ ਅਸੀਂ ਕੀ ਕਰਨਾ? ਸਾਡੇ ਸਾਰੇ ਸਾਲ ਦੀ ਖੇਚਲ ਮਿਹਨਤ ਗਈ, ਦੂਰ ਗਈ। ਫਿਰ ਤਾਂ ਕਰਕੇ ਅਸੀਂ ਡਰਦੇ ਇਹ ਸੋਚ ਕੇ ਕਿ ਅੰਗੂਰਾਂ ਦੀ ਹੁਣ ਅੱਜ ਕੱਲ੍ਹ ਮੇਵੇ ਵਾਸਤੇ ਵਾਹੀ ਕਰਦੀ। ਟੇਬਲ ਗ੍ਰੇਪ ਵੀ ਉਹ ਪ੍ਰੋਬਲਮ ਆਉਂਦੀ, ਲੱਗ ਬਹੁਤ ਗਏ, ਕਿੱਲੇ ਬਹੁਤ ਅੱਗੇ ਨੂੰ ਪ੍ਰੋਡਕਸ਼ਨ ਬਹੁਤ ਕਿੱਲੇ ਦਾ, ਲੇਬਰ ਦੁੱਗਣੀ ਚਾਹੀਦੀ ਉਹਨੂੰ ਹਾਰਵੈਸਟ ਉਹਨੇ ਕਿੱਲੇ ਕਰਨ ਨੂੰ, ਤੇ ਹੁੰਦੀ ਨਹੀਂ, ਤੇ ਲੋਕ ਫਿਰ ਪੱਟ ਰਹੇ। ਹਾਂਜੀ, ਤੇ ਨਾਲੇ ਫਿਰ ਦੂਸਰੀ ਗੱਲ ਲੋਕ ਡਰਦੇ ਆ। ਕੋਈ ਵੀ ਕਮੋਡਿਟੀ ਅਮਰੀਕਾ ਵਿੱਚ ਇਹ ਫ੍ਰੀ ਐਂਟਰਪ੍ਰਾਈਜ਼, ਇੱਥੇ ਤੁਹਾਨੂੰ ਆਈਡੀਆ ਹੁੰਦਾ ਭਾਅ ਕਿੰਨਾ, ਬਟ ਸੈੱਟ ਨਹੀਂ ਹੁੰਦਾ। ਤੇ ਜਿੰਨਾ ਚਿਰ ਤੁਹਾਨੂੰ ਭਾਅ ਮਿਲਦਾ ਨਹੀਂ, ਤੇ ਜਿੰਨਾ ਤੇ ਤੁਹਾਨੂੰ ਘਰ
ਚੈੱਕ ਨਹੀਂ ਆਉਂਦਾ, ਉਹਨਾਂ 'ਚ ਤੁਹਾਡੀ ਜਾਨ ਸਹਿ ਕਰਦੀ। ਕਈ ਸਾਲ ਤਾਂ ਕਿ 2 ਗੁਣਾ ਵਾਧੂ ਕਮਾ ਲਈਦਾ ਤੇ ਕਈ ਸਾਲ ਉਹ 2 ਸਾਲ ਦੀ ਇਕੱਠੀ ਆਮਦਨ ਲੈ ਜਾਂਦਾ ਹੁੰਦਾ ਵਾ। ਇਹ ਬੜਾ ਅੱਛਾ, ਤੇ ਜਿੱਦਾਂ ਕਿ ਇਸ ਵਾਰ ਬਾਰਿਸ਼ਾਂ ਹੁਣੀ ਮੇਰੇ ਖਿਆਲ ਪਿਛਲੇ ਹਫਤੇ ਹੀ ਬਾਰਿਸ਼ਾਂ ਦਾ ਮੌਸਮ ਖਤਮ ਹੋਇਆ, ਜਦ ਕਿ ਜਿਹੜਾ ਮਈ ਦਾ ਮਹੀਨਾ ਹੁੰਦਾ ਗਰਮੀ ਫੁੱਲ ਫਲੈਜ ਹੋ ਜਾਂਦੀ ਹੈ। ਇਸ ਵਾਰ ਤਾਂ ਮਈ ਪੂਰਾ ਜਿਹੜਾ ਲੰਘ ਗਿਆ ਬਰਸਾਤ ਦੇ ਨਾਲ ਲੰਘ ਗਿਆ, ਮਾਨਸੂਨ ਦੇ ਨਾਲ ਲੰਘ ਗਿਆ ਵਾ। ਤੇ ਇਹ ਫਸਲ ਤੇ ਬਹੁਤ ਮਾੜਾ ਅਸਰ ਕਈਆਂ ਫਸਲਾਂ ਤੇ ਪਿਆ। ਚੈਰੀ ਤਾਂ ਕਹਿੰਦੇ ਆ 60-70% ਡ੍ਰੌਪ ਕਰ ਗਈ ਆ, ਫਸਲ ਖਰਾਬ ਹੋ ਗਈ, ਕਾਰਨ ਗੜਾਮਾਰ ਵੀ ਹੋਈ ਹੈ, ਗੜੇਮਾਰੀ ਵੀ ਹੋਈ ਹੈ। ਕੀ ਅੰਗੂਰਾਂ ਤੇ ਵੀ ਇਹਦਾ ਅਸਰ ਪਿਆ ਹੈ? ਹਾਂਜੀ, ਫਾਇਦਾ ਇਹ ਹੈ ਕਿ ਪਾਣੀ ਪੈ ਗਿਆ ਕੁਦਰਤ ਵੱਲੋਂ, ਪਾਣੀ ਦਾ ਸਾਨੂੰ ਨਾ ਲਾਉਣਾ ਪਊ, ਮਹੀਨਾ ਇੱਦਾਂ ਲੰਘ ਜਾਣਾ। ਬਸ ਦੂਸਰੇ ਪਾਸੇ ਜਿਹੜੀ ਉੱਲੀ ਅੱਗੇ ਨਾਲ ਹਾਈ ਅਲਰਟ 'ਤੇ ਹੋ ਗਈ, ਉੱਲੀ ਜਾਸੀ ਲੱਗਣ ਲੱਗ ਪਈ ਅੰਗੂਰਾਂ ਨੂੰ। ਨਾਲ ਹੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਚੈਰੀ ਦਾ ਬੜਾ ਨੁਕਸਾਨ ਹੋਇਆ, ਬਲੂਬੈਰੀ ਉਹ ਵੀ ਆਪਣੇ ਸਾਹ, ਨਾਲੇ ਤਾਂ ਮਿਲਡੂ ਪ੍ਰੋਬਲਮ ਪਈ ਤੇ ਨਾਲੇ ਗੜਿਆਂ ਨੇ ਮਾਰ ਕੀਤੀ। ਤੇ ਅੰਗੂਰਾਂ ਨੂੰ ਨਿਹਰਾ ਮੀਂਹ ਨਹੀਂ ਪਿਆ ਤੇ ਕਈ ਗੜੇ ਵੀ ਪਏ। ਉਹ ਗੜਿਆਂ ਨੇ ਕਈ ਅੰਗੂਰ ਗੁੱਛੇ ਝਾੜਤੇ ਜਾਂ ਹਿੱਸੇ ਗੁੱਛਿਆਂ ਦੇ ਝਾੜਤੇ। ਤੇ ਜਿਹੜੇ ਟੇਬਲ ਗ੍ਰੇਪ ਆ, ਹੁਣ ਆਪਾਂ ਓਵਰਹੈਡ ਇੱਥੇ ਤਾਂ ਪ੍ਰੋਟੈਕਸ਼ਨ ਹੈਗੀ ਆ ਗੜਿਆਂ ਤੋਂ, ਪਰ ਜਿਹੜੇ ਐਕਸਪੋਜ਼ ਹੁੰਦੇ ਟੇਬਲ ਗ੍ਰੇਪ ਜਿਹੜੇ ਆਮ ਰੈਗੂਲਰ, ਉਹਨਾਂ ਦੇ ਕਈ ਗੁੱਛੇ ਹੀ ਖਰਾਬ ਹੋ ਗਏ, ਉਹਨਾਂ ਦੇ ਗੁੱਛਿਆਂ ਦੇ ਕੀ ਸ਼ੇਕ ਪੈ ਗਏ ਆ, ਬੈਰੀ ਖਰਾਬ ਹੋ ਗਈ, ਥਿਨ ਕਰਨੀ ਪੈਣੀ ਜਾਂ ਵੱਢਣੇ ਪੈਣੇ ਜਾਂ ਗੁੱਛੇ ਜਮਾਂ। ਸੋ ਮੀਂਹ ਬੇਟਾਈਮ ਫਸਲ ਵੀ ਲੇਟ ਹੋ ਗਈ। ਇੱਕ ਤਾਂ ਮੀਂਹ ਬੇਟਾਈਮ ਹੀ ਪਿਆ, ਨਾਲੇ ਆਸ ਨਹੀਂ, ਇਹ ਤੀਸਰਾ 7 ਇੰਚ ਦਾ ਪੈਂਦਾ ਹੁੰਦਾ ਵਾ ਤੀਸਰਾ, ਤੇ ਉਹ 3 ਇੰਚਾਂ ਪੈ ਗਿਆ, 10 ਗੁਣਾ ਜਾਸੀ ਪੈ ਗਿਆ 1 ਮਹੀਨੇ ਵਿੱਚ ਹੀ। ਪਿਛਲੇ ਸਾਲ ਵੀ ਇਹੀ ਪੀਸ਼ਨ ਸੀ, ਪਿਛਲੇ ਸਾਲ ਹਾਂਜੀ ਪਿਛਲੇ ਸਾਲ, ਪਰ ਲੇਕਿਨ ਮੀਂਹ ਦੀ ਤਾਂ ਨਹੀਂ ਸੀ, ਲੇਕਿਨ ਉਹਦਾ ਕੋਰਾ ਪੈ ਗਿਆ ਸੀ। ਹਾਂਜੀ, ਥੋੜਾ ਕੋਰੇ ਦਾ ਨੁਕਸਾਨ ਹੋ ਗਿਆ, ਗੜਿਆਂ ਦਾ ਵੀ ਪਿਛਲੇ ਸਾਲ ਨੁਕਸਾਨ ਹੋਇਆ ਤੇ ਮਗਰੋਂ ਹਨੇਰੀ ਆ ਕੇ ਬਦਾਮਾਂ ਨੂੰ ਪ੍ਰੋਬਲਮ ਦਿੱਤੀ। ਐਤਕੀ ਹਾਲ ਦੀ ਹਨੇਰੀ ਤੋਂ ਉਹਦਾ ਬਚਾਅ, ਬਟ ਪੱਲੋਂ ਜ਼ਰੂਰ ਹਨੇਰੀ ਕਾਫੀ ਇੱਕ ਵਾਰ ਫੈਬਰੂਰੀ ਵਿੱਚ ਮਾਰਚ ਵਿੱਚ ਪਈ ਸੀ, ਹਨੇਰੀ ਆਈ ਸੀ, ਉਹਨੇ ਕਾਫੀ ਬਦਾਮਾਂ ਦੇ ਝਾੜ ਕਰਤਾ, ਬੂਟੇ ਵੀ ਕਰਤੇ ਸੀ। ਹੁਣ ਆ ਜਿਹੜਾ ਮੀਂਹ ਪਿਆ ਬੇਟਾਈਮੀ, ਇਹਨੇ ਉੱਲੀ ਦਾ ਬੜਾ ਪ੍ਰੋਬਲਮ ਪਾਈ ਸਾਨੂੰ, ਸਪਰੇਆਂ ਬੜੀਆਂ ਸਾਨੂੰ ਕਰਨਾ ਪਿਆ। ਤੇ ਦੂਸਰੀ ਗੱਲ ਜਿਹੜੀ ਟੇਬਲ ਗ੍ਰੇਪ, ਉਹਨਾਂ ਨੂੰ ਜਿਉਂ ਹੀ ਸਾਫ਼ ਹੋਣੇ ਚਾਹੀਦੇ, ਉਹਨਾਂ ਨੂੰ ਬੜੀ ਖਰਚਾ ਆ ਰਿਹਾ ਵਾ ਉੱਲੀ ਸਾਫ਼ ਰੱਖਣ ਨੂੰ। ਤੇ ਬਾਕੀ ਜਿਹੜੇ ਗੜਿਆਂ ਦੇ ਨਾਲ ਨੁਕਸਾਨ ਹੋ ਗਿਆ ਜਾਂ ਡਾਗੀ ਹੋ ਗਏ ਜਾਂ ਚੈਰੀ ਦਾ ਨੁਕਸਾਨ ਹੋ ਗਿਆ, ਬਲੂਬੈਰੀ ਦਾ ਹੋ ਗਿਆ, ਬਦਾਮਾਂ ਦਾ ਹਾਲੀ ਘੱਟ, ਪਰ ਜਿਹੜੇ ਆੜੂ ਆ, ਹੋਰ ਫਸਲਾਂ ਜਿਹੜੇ ਸੈਂਸਿਟਿਵ ਹੈ, ਉਹਨਾਂ ਨੂੰ ਨੁਕਸਾਨ ਹੋ ਰਿਹਾ। ਕੁੱਲ ਮਿਲਾ ਕੇ ਆਪਾਂ ਇਹ ਕਹੀਏ ਵੀ ਜੇ ਸਾਂਭ ਰੱਖੀ ਜਾਵੇ ਅੰਗੂਰਾਂ ਦੀ, ਉਸ ਤੋਂ ਬਾਅਦ ਜੇ ਕੁਦਰਤੀ ਕੋਈ ਆਪਦਾ ਨਾ ਆਵੇ, ਪੂਰੇ ਟਾਈਮ ਦਾ ਮਾਹੌਲ ਮੌਸਮ ਦਾ ਰਵੇ ਜੋ ਚਾਹੀਦਾ, ਜੋ ਰਿਕੁਆਇਰਮੈਂਟ ਹੈਗੀ ਹੈ, ਕਿਉਂਕਿ ਕੈਲੀਫੋਰਨੀਆ ਦੀ ਧਰਤੀ ਬੜੀ ਉਪਜਾਊ ਧਰਤੀ ਮੰਨੀ ਜਾਂਦੀ ਬਹੁਤ ਜ਼ਿਆਦਾ। ਤੇ ਜੇ ਇਹ ਧਿਆਨ ਰੱਖਿਆ ਜਾਵੇ ਤੇ 1.5 ਤੋਂ 2000 ਪਰ ਏਕੜ ਜਿਹੜਾ ਹੈਗਾ ਰੇਜ਼ਨ ਦਾ, ਔਰ 5000 ਤੱਕ ਜਿਹੜਾ ਟੇਬਲ ਗ੍ਰੇਪ ਦਾ ਇਹ ਮੁਨਾਫਾ ਹੋ ਸਕਦਾ। ਹਾਂਜੀ ਹੋ ਸਕਦਾ, ਬਿਲਕੁਲ ਗੱਲ ਠੀਕ ਹੈ ਤੁਹਾਡੀ। ਹਾਂਜੀ ਹੋ ਸਕਦਾ ਜੇ ਸਭ ਕੁਝ ਸਹੀ ਹੋਏ, ਸਭ ਕੁਝ ਸਹੀ ਕੁਦਰਤ ਵੱਲੋਂ ਹੋ ਜਾਵੇ, ਵਧੀਆ ਖੇਤੀ ਹੈ, ਵਧੀਆ ਖੇਤੀ ਆ, ਸਭ ਕੁਝ 100 ਸਾਲ ਦਾ ਇੱਕ ਵਾਰ ਲਾਤਾ ਤੇ ਅਗਲੀਆਂ ਪੁੱਛਣਾ ਇਹ ਕੰਮ ਤਾਂ ਸੌਖਾ ਤੇ ਖੇਤੀ ਸੌਖੀ ਆ। ਸਿਰਫ ਮੁਸੀਬਤ ਹੁਣ ਆ ਰਹੀ ਹੈ ਸਾਨੂੰ ਲੇਬਰ ਦੀ, ਤੇ ਗਾਂ ਆਉਂਦੇ ਵਾਲੇ ਟਾਈਮ ਜਿਹੜੇ ਸਾਡੇ ਬੱਚਿਆਂ ਨੇ ਵਾਹੀ ਕਰਨੀ ਪਾਣੀ ਦਾ, ਇਹ ਤੇ ਕਿਉਂ ਖਾਸ ਕਰਕੇ ਆ ਜਿਹੜਾ ਸੂਬਾ, ਇੱਥੇ ਬੜੇ ਕਾਨੂੰਨ ਆ, ਬੜੇ ਕਾਨੂੰਨ ਸਖਤ, ਗਹਿਰੇ ਕਾਨੂੰਨ, ਪੈਸਟੀਸਾਈਡ ਵਾਸਤੇ ਗਹਿਰੇ ਕਾਨੂੰਨ ਆ, ਨਾਈਟ੍ਰੋਜਨ ਜਿਹੜੇ ਪਾਣੀ ਵਿੱਚ ਹੁੰਦੀ, ਹੋਰ ਜਿਹੜੇ ਤੱਤ ਪਾਣੀ ਵਿੱਚ ਚੱਲਦੇ, ਉਹਨਾਂ ਦਾ ਕੰਟਰੋਲ ਕਰਨਾ ਪੈਂਦਾ ਚਾਹੀਦਾ ਵੀ। ਵੈਸੇ ਮੈਂ ਇਸ ਗੱਲ ਦੇ ਸਹਿਮਤ ਹਾਂ। ਬਾਕੀ ਪਾਣੀ ਕਿੰਨਾ ਤੁਸੀਂ ਕੱਢਦੇ ਤੇ ਕਿੰਨਾ ਤੁਸੀਂ ਵਿੱਚ ਪਾ ਰਹੇ, ਧਰਤੀ ਤੋਂ ਸ਼ੋਅ ਕਰਨਾ, ਕਿਉਂਕਿ ਹੁਣ ਦੁਨੀਆ ਬਹੁਤ ਵੱਧ ਗਈ ਆ। ਜਿਹਨੂੰ ਅਸੀਂ ਆਏ 1965 ਵਿੱਚ, ਉਹਨੂੰ ਤਾਂ ਮੇਰੇ ਖਿਆਲ 18 ਮਿਲੀਅਨ ਸੀ, ਅੱਜ ਲਗਭਗ 39 ਜਾਂ 40 ਮਿਲੀਅਨ ਪਾਪੂਲੇਸ਼ਨ ਦੁੱਗਣੀ ਹੋ ਗਈ ਆ, ਤੇ ਸੂਬਾ ਤੇ ਸੂਬਾ ਉਹੀ ਪਾਣੀ ਤੋਂ ਹੋਈ ਆ। ਸੋ ਇਹ ਸਾਰਾ ਪ੍ਰਬੰਧ ਕਰਨਾ ਪੈਂਦਾ। ਸੋ ਖੇਤੀ ਬੜੀ ਔਖੀ ਲੇਕਿਨ ਫਿਰ ਲਾਹੇਵੰਦ ਆ ਜੇ ਇਹ ਤੁਸੀਂ ਇਹ ਸਹੀ ਚੱਲਦਾ ਰਹੇ। ਹਾਂਜੀ ਮੈਂ ਵੈਸੇ ਮੈਂ ਚਾਹੁੰਦਾ ਉਸ ਸਾਡਾ ਵੀ ਸਾਹਿਬਜ਼ਾਦਾ ਹੈਗਾ, ਤੇ ਪਰਮਾਤਮਾ ਮਿਹਰ ਕਰੇ ਆ ਤੀਸਰੀ ਪੀੜ੍ਹੀ ਹੋ ਜਾਊਗੀ ਵਾਹੀ ਕਰਦਿਆਂ ਨੂੰ, ਜਿਹਨਾਂ ਦੇ ਅਸੀਂ ਆਏ 1965 ਵਿੱਚ ਸਿੰਗਾਪੁਰੋਂ। ਬਟ ਮੈਂ ਕਈ ਵਾਰ ਸੋਚਦਾ ਜੇ ਨਾ ਹੀ ਖੇਤੀ ਕਰੇ ਤੇ ਸਗੋਂ ਚੰਗਾ ਰਹਿ ਜਾਊਗਾ। ਇਹ ਅੱਜ ਕੱਲ੍ਹ ਬੇਤਬਾਰੀ ਜੀ, ਬੇਇਤਫਾਕੀ ਜੀ ਹੋ ਗਈ, ਤੇ ਖਰਚਾ ਬਹੁਤ ਆ ਤੇ ਘਾਟਾ ਬਹੁਤ ਆ। ਪੱਲੋਂ ਘਾਟਾ ਤੇ ਖਰਚਾ ਦੀਦਾ, ਆਮਦਨ ਦਾ ਤਾਂ ਕਈ ਵਾਰ ਦੀਦਾ ਤੇ ਕਈ ਵਾਰ ਇਹ ਆਮਦਨ ਵੀ ਦਿਸ ਨਹੀਂ ਰਹੀ। ਸੋ ਮੈਂ ਉਹਨਾਂ ਬੇਟੇ ਸਾਹਿਬਜ਼ਾਦੇ ਨੂੰ ਆਖਿਆ, ਮੈਂ ਜੀ ਸਦਕੇ ਪੁੱਤ ਵਾਹੀ ਕਰ, ਬਟ ਨਾਲ ਹੋਰ ਕੋਈ ਧੰਦਾ ਵੀ, ਜਾਂ ਲੈਂਡ ਡਿਵੈਲਪਮੈਂਟ ਕਰ ਲਾ, ਰੀਅਲ ਐਸਟੇਟ ਨਾਲ ਆਪਸ਼ਨ ਇੱਕ ਰੱਖੀ, ਕੋਈ ਅੱਛਾ ਬਿਜ਼ਨਸ ਕਰ ਲਾ। ਹਾਂਜੀ ਮੈਂ ਤਾਂ ਪਹਿਲਾਂ ਇਕੱਲਾ ਸਾਹਿਬਜ਼ਾਦਾ ਸੀ, ਤੇ ਮੈਨੂੰ ਪਤਾ ਮੈਂ 3 ਭੈਣਾਂ ਦਾ ਭਰਾ ਸੀ, ਤੇ ਮੈਂ ਤਾਂ ਵਾਹੀ ਕਰਨੀ ਸੀ, ਤੇ ਮੇਰੇ ਵਾਸਤੇ ਨੈਚੁਰਲ, ਮੈਂ ਤਾਂ BSc ਫਰੈਜ਼ਨ ਸਟੇਟ ਤੋਂ ਕਰਕੇ ਤੇ ਐਗਰੀਕਲਚਰ ਦੀ ਤੇ ਹਾਰਟੀਕਲਚਰ ਦੀ ਵਾਹੀ ਕਰਨ ਲੱਗ ਪਿਆ, ਤੇ ਸਾਡਾ ਤਾਂ ਗੁਜ਼ਾਰਾ ਹੋ ਗਿਆ, ਟਾਈਮ ਹੋ ਗਿਆ। ਬੇਟੇ ਨੂੰ ਮੈਂ ਨਾ ਆਪਸ਼ਨ ਹੋਰ ਵੀ ਐਕਸਪਲੋਰ ਕਰ। ਸ਼ੁਕਰੀਆ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ, ਔਰ ਬੜੀ ਵਧੀਆ ਤੁਸੀਂ ਸਾਰੀ ਜਾਣਕਾਰੀ ਦਿੱਤੀ ਅੰਗੂਰਾਂ ਦੀ ਖੇਤੀ ਤੇ, ਔਰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਵੀ ਇਹ ਸਾਰਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਣਾ। ਸਾਡਾ ਪਤਾ ਹੈ feedback@ptcnetwork.tv, feedback@ptcnetwork.com। ਔਰ ਅਗਲੇ ਹਫਤੇ ਇੱਕ ਨਵੇਂ ਮੁੱਦੇ ਦੇ ਨਾਲ, ਨਵੇਂ ਵਿਸ਼ੇ ਤੇ ਤੁਹਾਡੇ ਸਾਹਮਣੇ ਫਿਰ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।